ਦੋਸਤੋ, ਆਓ ਸੁਣਦੇ ਹਾਂ ਜਨਮੇਜਾ ਸਿੰਘ ਜੌਹਲ ਵੱਲੋਂ ਲਿਖੀ ਨਵੀਂ ਨਿਵੇਕਲੀ ਅਤੇ ਵਿਲੱਖਣ ਕਹਾਣੀਆਂ ਦੀ ਕਿਤਾਬ ਸ਼ਮੀਰੋ ਦੀਆਂ ਕੁਝ ਕਹਾਣੀਆਂ। ਸਮਰਪਣ ਉਹਨਾਂ ਪੀੜਾਂ ਨੂੰ ਜੋ ਕਹਾਣੀਆਂ ਬਣ ਗਈਆਂ। ਕਹਾਣੀ ਕਿਵੇਂ ਪੜ੍ਹੀਏ? ਜੇ ਕਹਾਣੀ ਲਿਖਣੀ ਇੱਕ ਕਲਾ ਹੈ ਤਾਂ ਕਹਾਣੀ ਪੜ੍ਹਨੀ ਵੀ ਇੱਕ ਕਲਾ ਹੈ। ਡਿਕਸ਼ਨਰੀ ਅਨੁਸਾਰ ਕਹਾਣੀ ਸੱਚੀ ਘਟਨਾ ਦਾ ਹੂ ਬਹੂ ਉਤਾਰਾ ਨਹੀਂ ਹੁੰਦੀ, ਨਾ ਹੀ ਇਹ ਖਬਰ ਦਾ ਹਿੱਸਾ ਹੁੰਦੀ ਹੈ ਅਤੇ ਨਾ ਹੀ ਲੇਖਕ ਦੀ ਆਪ ਬੀਤੀ ਹੁੰਦੀ ਹੈ। ਕਹਾਣੀ ਤਾਂ ਇੱਕ ਤੋਂ ਵੱਧ ਵਾਪਰੀਆਂ ਘਟਨਾਵਾਂ ਦਾ ਕਲਾਤਮਿਕ ਜੋੜ ਹੁੰਦਾ ਹੈ, ਜੋ ਸੱਚ ਨਾ ਹੁੰਦੇ ਹੋਏ ਵੀ ਸੱਚ ਲੱਗਦਾ ਹੈ। ਇਹ ਲੇਖਕ 'ਤੇ ਨਿਰਭਰ ਕਰਦਾ ਹੈ ਕਿ ਉਹ ਪਾਠਕ ਨੂੰ ਆਪਣੇ ਨਾਲ ਕਿਵੇਂ ਤੋਰਦਾ ਹੈ, ਵੱਖ-ਵੱਖ ਘਟਨਾਵਾਂ ਨੂੰ ਗੁੰਦ ਕੇ ਕਿਵੇਂ ਇੱਕ ਨਵਾਂ ਸੱਚ ਸਿਰਜਦਾ ਹੈ। ਇਹੋ ਹੀ ਹਰ ਰੌਚਕ ਅਤੇ ਸਫਲ ਕਹਾਣੀ ਦਾ ਸੱਚ ਹੈ। ਲੇਖਕ ਆਪ ਕਹਾਣੀ ਦਾ ਪਾਤਰ ਬਣ ਕੇ ਵੀ ਪਾਤਰ ਨਹੀਂ ਹੁੰਦਾ ਹੈ। ਕੋਈ ਵੀ ਕਹਾਣੀ ਪੜ੍ਹਨ ਵੇਲੇ ਇਹ ਗੱਲਾਂ ਬਹੁਤ ਕੰਮ ਆਉਣਗੀਆਂ, ਖਾਸ ਕਰਕੇ ਮੇਰੀਆਂ ਕਹਾਣੀਆਂ। ਜਨਮੇਜਾ ਸਿੰਘ ਜੌਹਲ। ਕਹਾਣੀਆਂ ਬਾਰੇ 60 ਸਾਲ ਦੇ ਅਰਸੇ ਵਿੱਚ ਮਨ 'ਤੇ ਛਪੀਆਂ 20 ਕਹਾਣੀਆਂ 'ਚੋਂ ਹਨ। ਇਹ ਕਹਾਣੀਆਂ ਕੋਈ ਆਖਰੀ ਫਤਵਾ ਨਹੀਂ, ਤੁਹਾਡਾ ਤਜਰਬਾ ਅਲੱਗ ਹੋ ਸਕਦਾ ਹੈ। ਮੇਰਾ ਮੰਨਣਾ ਹੈ ਕਿ ਕੁਦਰਤ ਨੇ ਮਰਦ ਤੇ ਔਰਤ ਨੂੰ ਵਿਲੱਖਣਤਾ ਦਿੱਤੀ ਹੈ। ਦੋਨੋਂ ਸੰਪੂਰਨ ਹਨ, ਪਰ ਦੋਨੇ ਇਕੱਠੇ ਹੋ ਕੇ ਵੀ ਇਕੱਠੇ ਨਹੀਂ, ਪੂਰਕ ਹੋ ਕੇ ਵੀ ਪੂਰੇ ਨਹੀਂ। ਇਹ ਖੁਸ਼ੀ ਲਈ ਮਿਲਦੇ ਹਨ ਤੇ ਖੁਸ਼ੀ ਲਈ ਹੀ ਵਿਛੜਦੇ ਹਨ। ਇਹਨਾਂ ਦਾ ਦੁਨੀਆ ਪ੍ਰਤੀ ਸੋਚਣ ਦਾ ਆਪੋ ਆਪਣਾ ਅੰਦਾਜ਼ ਹੈ। ਜੇ ਮਰਦ ਡੂੰਘਾਈ ਨਾਲ ਸੋਚਦਾ ਹੈ ਤਾਂ ਔਰਤ ਬਰੀਕੀ ਨਾਲ। ਔਰਤ ਦੀ ਸੋਚ ਦਾ ਫੈਲਾਅ ਬਹੁਤ ਹੁੰਦਾ ਹੈ, ਪਰ ਉਹ ਸਮੁੰਦਰ ਦੀ ਸਤ੍ਹਾ 'ਤੇ ਕਦੇ ਦਿਖਾਈ ਨਹੀਂ ਦਿੰਦਾ। ਉਹ ਦੁਨਿਆਵੀ ਭੇਤ ਤਾਂ ਦੱਸ ਦਿੰਦੀ ਹੈ, ਪਰ ਦਿਲ ਵਿੱਚ ਦੀ ਹੁੰਦੀ ਉਥਲ ਪੁਥਲ ਕਦੇ ਨਹੀਂ ਦੱਸਦੀ। ਸਦੀਆਂ ਤੱਕ ਦੱਬ ਕੇ ਰੱਖ ਸਕਦੀ ਹੈ ਅਤੇ ਕਦੇ ਕਦੇ ਜਵਾਲਾ ਵੀ ਬਣ ਜਾਂਦੀ ਹੈ, ਜੋ ਸਭ ਕੁਝ ਤਹਿਸ ਨਹਿਸ ਕਰ ਦਿੰਦੀ ਹੈ। ਬਸ ਇਸੇ ਸੁਭਾਅ ਨੂੰ ਲੈ ਕੇ ਮੇਰੀਆਂ ਕਹਾਣੀਆਂ ਬਾਤ ਪਾਉਂਦੀਆਂ ਹਨ। ਇਹ ਕਹਾਣੀਆਂ ਮਨੋਰੰਜਨ ਲਈ ਨਹੀਂ ਹਨ, ਇਹ ਤੁਹਾਡੇ ਵਿਵੇਕ ਨਾਲ ਵਾਰਤਾਲਾਪ ਹਨ। ਸਬੱਬੀ ਪਾਤਰ ਰਲ ਗਏ ਹੋਣ ਤਾਂ ਅਚੰਭਿਤ ਨਾ ਹੋਣਾ। ਸਰੋਤਿਓ, ਅੱਜ ਆਪਾਂ ਸੁਣਦੇ ਹਾਂ ਜਨਮੇਜਾ ਸਿੰਘ ਜੌਹਲ ਹੋਣੇ ਦੀਆਂ ਲਿਖੀਆਂ ਕਹਾਣੀਆਂ ਦੀ ਕਿਤਾਬ ਸ਼ਮੀਰੋ ਵਿੱਚੋਂ ਕਹਾਣੀ ਅਥਰੀ। ਅਚਾਨਕ ਹੀ ਸੜਕ 'ਤੇ ਵਿਪਨ ਸਾਈਕਲ ਮੂਹਰੇ ਆ ਗਿਆ। ਮਸੀਂ ਬ੍ਰੇਕ ਲੱਗੀ। ਯਾਰ, ਆਪਾਂ ਸ਼ਮੀਰੋ ਦੇ ਘਰੇ ਜਾਣਾ, ਉਹਦੇ ਬਾਪੂ ਨੂੰ ਸ਼ਿਕਾਇਤ ਕਰਨੀ ਹੈ। ਕਾਹਦੀ ਸ਼ਿਕਾਇਤ? ਯਾਰ, ਹਾਕੀ ਵਾਲੀ ਸ਼ਮੀਰੋ ਦੀ। ਇਹ ਤਾਂ ਗਾਲਾਂ ਹੀ ਬਹੁਤ ਕੱਢਦੀ ਹੈ। ਮੈਨੂੰ ਤਾਂ ਇਹਨੇ ਹਾਕੀ ਨਾਲ ਭੰਨ ਦੇਣਾ ਸੀ ਜੇ ਮੈਂ ਉਦੋਂ ਨਾ ਭੱਜਦਾ। ਤੂੰ ਪ੍ਰਿੰਡ ਜ਼ਰੂਰ ਛੇੜੀ ਹੋਣੀ ਹੈ। ਲੈ, ਇੰਨਾ ਕੁ ਤਾਂ ਚੱਲਦਾ ਹੀ ਆ ਕਾਲਜ। ਹੁਣ ਐਂ ਕਰ, ਚੁੱਪ ਕਰਕੇ ਹੋਸਟਲ ਚਲੇ ਜਾ। ਅੱਜ ਹੱਡ ਬਚ ਕੇ ਤੇਰੇ। ਸਮੀਰੋ ਨਾਲ ਸਾਲਾਨਾ ਖੇਡ ਮੇਲੇ 'ਤੇ ਵਾਕਫੀ ਹੋਈ ਸੀ, ਜਦੋਂ ਉਹਦੀ ਇੱਕ ਜਿੱਤ ਵੇਲੇ ਵਧਾਈ ਦਿੱਤੀ ਸੀ। ਕਦੇ ਕਦੇ ਰਾਹ ਖਣੇ ਮੁਸਕਰਾਹਟ ਸਾਂਝੀ ਹੋ ਜਾਣੀ। ਸਮੀਰੋ ਸੋਹਣੀ ਹੋਣ ਕਰਕੇ ਕੁੜੀਆਂ ਦੀ ਲੀਡਰ ਸੀ। ਇੱਕ ਵਾਰ ਉਹਦੀ ਗਰਮ ਚਾਹ ਕੰਟੀਨ ਵਿੱਚ ਡੁੱਲ ਗਈ। ਬਾਲ ਬਚੇ। ਉਸ ਦਿਨ ਤੋਂ ਬਾਅਦ ਹਾਏ ਹੈਲੋ ਵੱਧ ਗਈ। ਕਈ ਵਾਰ ਇਕੱਠੇ ਚਾਹ ਪੀਣ ਵੀ ਬੈਠ ਜਾਣਾ। ਪੜ੍ਹਾਈ ਦੀਆਂ, ਕੈਰੀਅਰ ਦੇ ਸੁਪਨੇ ਦੀਆਂ, ਫਿਲਮਾਂ ਦੀਆਂ ਅਤੇ ਕਦੇ ਕਦੇ ਕਾਲਜ ਵਿੱਚ ਬਣੀਆਂ ਜੋੜੀਆਂ ਦੀਆਂ ਗੱਲਾਂ ਕਰਨੀਆਂ। ਜਿਸ ਨੇ ਵੀ ਬੈਠੇ ਦੇਖਣਾ, ਬੜੇ ਹੈਰਾਨ ਹੋਣਾ, ਕਿਉਂਕਿ ਸ਼ਮੀਰੋ ਦੇ ਅਥਰੇ ਸੁਭਾਅ ਤੋਂ ਸਭ ਵਾਕਫ ਸਨ। ਇੱਕ ਦੋ ਮੁੰਡਿਆਂ ਦੀ ਤਾਂ ਉਹ ਮੁਰੰਮਤ ਵੀ ਕਰ ਚੁੱਕੀ ਸੀ, ਜਿਸ ਕਰਕੇ ਡੀਨ ਆਫਿਸ ਵਿੱਚ ਹਾਲੇ ਵੀ ਪੇਸ਼ੀਆਂ ਪੈਂਦੀਆਂ ਸਨ। ਕਾਲਜ ਦੀਆਂ ਬਾਕੀ ਕੁੜੀਆਂ ਵੀ ਹੱਸਣ ਖੇਡਣ ਲੱਗ ਪਈਆਂ। ਕਿਸੇ ਕਿਸੇ ਨੇ ਕਹਿ ਵੀ ਦੇਣਾ
ਕਿ ਫਲਾਣੇ ਨਾਲ ਗੱਲ ਕਰਵਾ ਦਿਓ, ਪਰ ਇਹ ਔਖਾ ਕੰਮ ਕਦੇ ਵੀ ਨਾ ਕੀਤਾ। ਕਾਲਜ ਦਾ ਹੁਣ ਆਖਰੀ ਸਾਲ ਸੀ। ਇੱਕ ਦਿਨ ਸ਼ਮੀਰੋ ਕਹਿੰਦੀ ਕਿ ਇੱਕ ਗੱਲ ਦੱਸਣੀ ਹੈ। ਦੱਸ। ਅੰਦਰੋਂ ਧੁੜਕੂ ਲੱਗਾ ਕਿ ਕਿਤੇ ਉਹੀ ਗੱਲ ਨਾ ਹੋਵੇ। ਤੁਸੀਂ ਦੀਪੂ ਨੂੰ ਜਾਣਦੇ ਹੋ? ਉਹ ਤੁਹਾਡਾ ਅੱਛਾ ਦੋਸਤ ਹੈ। ਹਾਂ, 10ਵੀਂ ਤੋਂ ਜਾਣਦਾ। ਕੀ ਹੋਇਆ ਉਹਨੂੰ? ਉਹ ਮੈਨੂੰ ਚੰਗਾ ਲੱਗਦਾ। ਦੀਪੀ ਨਾਲ ਜਦੋਂ ਕਿਸੇ ਬਹਾਨੇ ਗੱਲ ਕੀਤੀ ਤਾਂ ਉਹਨੇ ਕਿਸੇ ਹੋਰ ਲਈ ਹੀ ਸਿਫਾਰਿਸ਼ ਪਾ ਦਿੱਤੀ। ਸਮੀਰੋ ਸ਼ਾਇਦ ਨਿਰਾਸ਼ ਹੋ ਗਈ। ਹੁਣ ਉਹ ਚਾਹ ਪੀਣ ਪਿਆਉਣੋਂ ਹਟ ਗਈ। ਸ਼ਾਇਦ ਉਹਦੀ ਮੈਂ ਰੂਪੀ ਪੌੜੀ ਟੁੱਟ ਗਈ। ਸਮੇਂ ਨੇ ਚਾਲ ਚੱਲੀ ਅਤੇ ਸੁਣਿਆ ਕਿ ਉਹ ਹੁਣ ਵੱਡੀ ਅਫਸਰ ਬਣ ਗਈ। ਉਸ ਦਾ ਕਿਸੇ ਵਿਦੇਸ਼ੀ ਨਾਲ ਵਿਆਹ ਹੋ ਗਿਆ ਸੀ। ਨੌਕਰੀ ਕਰਕੇ ਉਹ ਵਿਦੇਸ਼ ਨਹੀਂ ਗਈ। ਘਰ ਵਾਲਾ 2 ਸਾਲ ਬਾਅਦ ਗੇੜਾ ਮਾਰ ਜਾਂਦਾ ਸੀ। ਕਾਫੀ ਸਾਲਾਂ ਬਾਅਦ ਇੱਕ ਦਿਨ ਉਹ ਵਿਦੇਸ਼ੀ ਬਾਜ਼ਾਰ ਵਿੱਚ ਮਿਲ ਗਿਆ। ਸਤਿ ਸ੍ਰੀ ਅਕਾਲ ਹੋਈ। ਕਿਵੇਂ ਹੋ? ਠੀਕ ਆ। ਕਦੋਂ ਆਏ? ਹੋ ਗਿਆ ਮਹੀਨਾ। ਅੱਛਾ, ਮਿਲੇ ਹੀ ਨਹੀਂ। ਬਸ ਕਚਹਿਰੀ ਦੇ ਚੱਕਰ ਹੀ ਨਹੀਂ ਮੁੱਕਦੇ। ਕੀ ਹੋਇਆ? ਸ਼ਮੀਰੋ ਨਾਲ ਤਲਾਕ ਦਾ ਕੇਸ ਚੱਲਦਾ। ਮੇਰੇ ਮਗਰੋਂ ਕਿਸੇ ਹੋਰ ਨਾਲ ਰਹਿਣ ਲੱਗ ਪਈ ਸੀ। ਹੁਣ ਰਟਨ ਪਾਈ ਬੈਠੀ ਹੈ ਕਿ ਉਹ ਤਾਂ ਮੇਰੇ ਪਿਓ ਦੀ ਥਾਂ ਬੜੀ ਅਥਰੀ ਔਰਤ ਹੈ। ਬਸ ਫਤਿਹ ਬੁਲਾ ਕੇ ਸਕੂਟਰ ਘਰ ਵੱਲ ਨੂੰ ਮੈਂ ਤੁਰ ਪਿਆ। ਸਰੋਤਿਓ, ਆਓ ਸੁਣਦੇ ਹਾਂ ਜਨਮੇਜਾ ਸਿੰਘ ਜੌਹਲ ਹੋਰਾਂ ਦੀ ਕਹਾਣੀ ਸੱਚ ਨਾ ਦੱਸੀ। ਹਾਂਜੀ, ਕਿਹਨੂੰ ਮਿਲਣਾ? ਦਫ਼ਤਰ 'ਚ ਵੜਦਿਆਂ ਹੀ ਇੱਕ ਬਹੁਤ ਹੀ ਖੂਬਸੂਰਤ ਅਤੇ ਅਧਖੜ ਉਮਰ ਦੀ ਔਰਤ ਨੇ ਪੁੱਛਿਆ, ਜੀ ਬਰਾੜ ਸਾਹਿਬ ਨੇ ਸੱਦਿਆ, ਕੋਈ ਕੰਮ ਹੈ ਜਾਂ? ਨਹੀਂ, ਮੈਨੂੰ ਕੋਈ ਕੰਮ ਨਹੀਂ, ਉਹਨਾਂ ਨੂੰ ਹੀ ਮੇਰੇ ਨਾਲ ਕੋਈ ਕੰਮ ਹੈ। ਇਹ ਸੁਣ ਕੇ ਉਹ ਹੱਕੀ ਬੱਕੀ ਜਿਹੀ ਰਹਿ ਗਈ। ਉਹਨੇ ਇੰਟਰਕਾਮ 'ਤੇ ਗੱਲ ਕੀਤੀ ਅਤੇ ਚਪੜਾਸੀ ਮੈਨੂੰ ਅੰਦਰ ਲੈ ਗਿਆ। ਸਾਡੀ ਗੱਲਬਾਤ ਦੌਰਾਨ ਅਫਸਰ ਨੇ ਉਹਨੂੰ ਕਈ ਵਾਰ ਅੰਦਰ ਬੁਲਾਇਆ ਅਤੇ ਆਪਣੇ ਕੰਮ ਬਾਰੇ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਉਹ ਜਦੋਂ ਵੀ ਅੰਦਰ ਆਉਂਦੀ ਤਾਂ ਹਰ ਵਾਰ ਉਹਦੇ ਚਿਹਰੇ 'ਤੇ ਪਹਿਲਾਂ ਨਾਲੋਂ ਵੱਧ ਮੁਸਕਰਾਹਟ ਹੁੰਦੀ। ਕਾਫੀ ਦੇਰ ਬਾਅਦ ਜਦੋਂ ਉਹਦੇ ਦਫ਼ਤਰ ਮੂਹਰਿਓਂ ਮੈਂ ਜਾਣ ਲੱਗੇ ਲੰਘਿਆ ਤਾਂ ਉਹਨੇ ਆਵਾਜ਼ ਮਾਰੀ, ਸਰ ਆਪਣਾ ਫ਼ੋਨ ਨੰਬਰ ਲਿਖਾਉਣਾ ਪਲੀਜ਼। ਉਹਦੀ ਪਲੀਜ਼ ਵਿੱਚ ਜਾਤੀ ਜਿਹਾ ਤਰਲਾ ਜਿਹਾ ਸੀ। ਲਿਖੋ 29406। ਉਦੋਂ 5 ਨੰਬਰ ਹੀ ਚੱਲਦੇ ਸਨ। ਉਸ ਤੋਂ ਬਾਅਦ ਦਫ਼ਤਰ ਦੇ ਕਈ ਚੱਕਰ ਲੱਗੇ। ਅਫਸਰ ਦੇ ਕਹੇ ਬਗੈਰ ਹੀ ਚਾਹ ਨਾਲ ਬਿਸਕੁਟ ਵੀ ਆਉਣ ਲੱਗ ਪਏ। ਚਾਹ ਵੀ ਨਵੇਂ ਕੱਪਾਂ 'ਚ ਆਉਣ ਲੱਗ ਪਈ। ਵਾਪਸ ਜਾਣ ਲੱਗੇ ਉਹ ਆਨੇ ਬਹਾਨੇ ਨਾਲ ਗੱਲ ਕਰਨ ਲਈ ਘੜੀ ਪਲ ਰੋਕ ਹੀ ਲੈਂਦੀ ਅਤੇ ਕੋਈ ਨਾ ਕੋਈ ਕਾਗਜ਼ ਦਸਤਖਤ ਕਰਨ ਲਈ ਕੱਢ ਹੀ ਲੈਂਦੀ। ਅਫਸਰ ਦਾ ਅੜਿਆ ਕੰਮ ਤਾਂ ਮੈਂ ਕਰ ਹੀ ਰਿਹਾ ਸੀ, ਇਸ ਲਈ ਅਫਸਰ ਨਾਲ ਵਕਤੀ ਤੌਰ 'ਤੇ ਦੋਸਤੀ ਅਤੇ ਨੇੜਤਾ ਵੀ ਹੋ ਗਈ। ਕੰਮ ਤੋਂ ਇਲਾਵਾ ਵੀ ਗੱਲਾਂ ਹੋਣ ਲੱਗ ਪਈਆਂ। ਇੱਕ ਦਿਨ ਮੈਨੂੰ ਕਹਿੰਦਾ, ਆਹ ਜਿਹੜੀ ਕੁੜੀ ਮੂਹਰੇ ਦਫ਼ਤਰ 'ਚ ਬਹਿੰਦੀ ਹੈ ਨਾ, ਇਹਦਾ ਨਾਮ ਸ਼ਮੀਰੋ ਹੈ। ਇਹ ਦਿੱਲੀ ਦੀ ਹੈ ਅਤੇ ਕਾਨਪੁਰ ਵਿਆਹੀ ਸੀ। ਇਹਦਾ ਘਰ ਵਾਲਾ ਦੰਗਿਆਂ 'ਚ ਮਾਰਿਆ ਗਿਆ ਸੀ। ਇਹਦੇ 2 ਬੱਚੇ ਵੀ ਹਨ। ਇਹ ਨੌਕਰੀ ਇਹਨੂੰ ਤਰਸ ਦੇ ਆਧਾਰ 'ਤੇ ਮਿਲੀ ਹੈ। ਅਚਾਨਕ ਹੀ ਉਹ ਵੀ ਅੰਦਰ ਆ ਗਈ। ਅਫਸਰ ਚੁੱਪ ਕਰ ਗਿਆ। ਗੱਲ ਆਈ ਗਈ ਹੋ ਗਈ। ਕੁਝ ਦਿਨਾਂ 'ਚ ਕੰਮ ਵੀ ਮੁੱਕ ਗਿਆ ਅਤੇ ਮੇਰਾ ਉੱਥੇ ਆਉਣਾ ਜਾਣਾ ਵੀ ਘਟ ਗਿਆ। ਸਮਾਂ ਬੀਤਦਾ ਗਿਆ ਅਤੇ ਸਭ ਕੁਝ ਭੁੱਲ ਭੁਲਾ ਗਿਆ। ਫਿਰ ਇੱਕ ਦਿਨ ਅਚਾਨਕ ਫ਼ੋਨ ਆਇਆ, ਸਤਿ ਸ਼੍ਰੀ ਅਕਾਲ ਜੀ। ਆਵਾਜ਼ ਜਾਣੀ ਪਛਾਣੀ ਲੱਗੀ। ਮੁੜ ਕੇ ਕਦੇ ਦਫ਼ਤਰ ਹੀ ਨਹੀਂ ਆਏ। ਉਹ ਮਰ ਜਾਏ, ਤੈਨੂੰ ਕਿੱਥੋਂ ਯਾਦ ਆ ਗਈ? ਮੈਂ ਮਿਲਣਾ, ਦੱਸੋ ਕਦੋਂ ਆਵਾਂ? ਜਦੋਂ ਮਰਜ਼ੀ। ਅਤੇ ਉਹ ਮਿੱਥੇ ਸਮੇਂ 'ਤੇ ਆ ਵੀ ਗਈ। ਵਾਹ, ਇਹ ਤਾਂ ਫੋਟੋ ਸਟੂਡੀਓ ਹੈ। ਖਿੱਚੋ ਮੇਰੀ ਇੱਕ ਅੱਗ ਬਰਸਾਉਂਦੀ ਫੋਟੋ। ਭਲਾ ਅੱਗ ਨੂੰ ਫੋਟੋ ਦੀ ਕੀ ਲੋੜ ਆ? ਨਾਲੇ ਤੂੰ ਐਵੇਂ ਕੋਈ ਅਫਸਰ ਸਾੜੇਂਗੀ? ਨਹੀਂ ਜੀ, ਹੁਣ ਤਾਂ ਮੈਂ VRS ਲੈ ਲਈ ਅਤੇ ਜਮਾਂ ਹੀ ਵਿਹਲੀ ਹਾਂ। ਫਿਰ ਗੁਜ਼ਾਰਾ ਕਿਵੇਂ ਚੱਲਦਾ? ਉਹਦੀ ਫਿਕਰ ਨਹੀਂ, ਸਹੁਰਿਆਂ ਤੋਂ ਕੇਸ ਜਿੱਤ ਕੇ ਬਥੇਰਾ ਕੁਝ ਆ ਗਿਆ।
ਪਰ ਉਹ ਤਾਂ ਕਹਿੰਦੇ ਸੀ ਕਿ ਦੰਗਿਆਂ 'ਚ ਮਾਰਿਆ ਗਿਆ ਸੀ। ਸਰ ਜੀ, ਹੁਣ ਤੁਹਾਡੇ ਤੋਂ ਕਾਹਦਾ ਉੱਲਾ, ਬਸ ਕਿਸੇ ਹੋਰ ਨੂੰ ਨਾ ਦੱਸਿਓ। ਮੈਂ ਹੁਣ ਸੱਚ ਸੁਣਨ ਲਈ ਬੇਤਾਬ ਸੀ। ਮੈਂ ਦਿੱਲੀ ਦੀ ਹਾਂ, ਉੱਥੇ ਹੀ ਪਲੀ ਹਾਂ। ਦਿੱਲੀ 'ਚ ਤੇਜ਼ ਤਰਾਰ ਹੋਏ ਬਗੈਰ ਕਿੱਥੇ ਸਰਦਾ ਕੁੜੀਆਂ ਦਾ। ਇਹ ਤੇਜ਼ੀ ਕਈ ਵਾਰ ਆਦਤਾਂ ਵੀ ਵਿਗਾੜ ਦਿੰਦੀ ਹੈ। ਘਰ ਵਾਲਾ ਮੇਰਾ ਕਾਨਪੁਰ ਦਾ ਸੀ, ਉਹਨੂੰ ਮੇਰਾ ਇਹ ਰਵੱਈਆ ਅਤੇ ਆਦਤਾਂ ਪਸੰਦ ਨਹੀਂ ਸਨ। ਸਾਡੀ ਅਕਸਰ ਹੀ ਤੂੰ ਮੈਂ ਹੁੰਦੀ ਰਹਿੰਦੀ। ਇੱਕ ਦਿਨ ਉਹਨੇ ਗੁੱਸੇ 'ਚ ਆ ਕੇ ਖੁਦਕੁਸ਼ੀ ਕਰ ਲਈ। ਦੰਗਿਆਂ ਦੇ ਦਿਨ ਸਨ। ਅਸੀਂ ਸਭ ਨੇ ਸਲਾਹ ਕਰਕੇ ਨਾਲੇ ਤਾਂ ਉਹਦੀ ਸਰਕਾਰੀ ਨੌਕਰੀ ਮੈਂ ਲੈ ਲਈ ਅਤੇ ਨਾਲੇ ਖੱਜਲ ਖੁਆਰੀ ਤੋਂ ਬਚ ਗਈ। ਅਤੇ ਉਹ ਹੋਰ ਕੁਝ ਦੱਸਦੀ ਕਦੋਂ ਚਾਹ ਦਾ ਕੱਪ ਖਾਲੀ ਕਰਕੇ ਚਲੀ ਗਈ, ਇਹ ਅੱਜ ਵੀ ਯਾਦ ਨਹੀਂ। ਲੇਖਕ ਜਨਮੇਜਾ ਸਿੰਘ ਜੌਲ। ਸਰੋਤਿਓ, ਅੱਜ ਆਪਾਂ ਸੁਣਦੇ ਹਾਂ ਜਨਮੇਜਾ ਸਿੰਘ ਜੌਲ ਹੋਣੇ ਦੀਆਂ ਲਿਖੀਆਂ ਕਹਾਣੀਆਂ ਦੀ ਕਿਤਾਬ ਸ਼ਮੀਰੋ ਵਿੱਚੋਂ ਅਗਲੀ ਕਹਾਣੀ ਰੀਝ। ਸ਼ਮੀਰੋ ਹਲੇ 21 ਸਾਲ ਦੀ ਹੀ ਸੀ। ਇਸ ਉਮਰੇ ਸੋਹਣੀ ਹੋਣਾ ਸੁਭਾਵਿਕ ਹੀ ਹੁੰਦਾ ਹੈ। ਗਾਉਣ ਨੱਚਣ ਦੀ ਉਮਰ ਵਿੱਚ ਮਨ ਬਹੁਤ ਹੀ ਚੰਚਲ ਹੋ ਜਾਂਦਾ ਹੈ। ਸ਼ਮੀਰੋ ਦਾ ਮਨ ਵੀ ਕਰਦਾ ਸੀ ਕਿ ਕੋਈ ਉਸ ਦਾ ਨਾਚ ਵੇਖੇ ਅਤੇ ਉਸ ਦੇ ਲੰਬੀ ਹੇਕ ਵਾਲੇ ਗੀਤ ਸੁਣੇ। ਪਰ ਇਸ ਉਮਰ ਵਿੱਚ ਸਮਾਜ ਵਿੱਚ ਫਿਰਦੇ ਨਕਲੀ ਪੈਰਾਗਰਾਂ ਤੋਂ ਵੀ ਡਰਦੀ ਸੀ। ਸਾਊ ਭੇਖ ਵਿੱਚ ਸੜਕ ਛਾਪ ਭੰਵਰਿਆਂ ਨੂੰ ਉਹ ਹੁਣ ਪਛਾਣਨ ਲੱਗ ਪਈ ਸੀ। ਉਹਨੂੰ ਪਤਾ ਲੱਗ ਚੁੱਕਾ ਸੀ ਕਿ ਇਹਨਾਂ ਦੇ ਝੂਠ ਨੂੰ ਕਿਵੇਂ ਫੜਨਾ ਹੈ। ਬਾਕੀ ਉਹਨੂੰ ਇਹ ਗੱਲ ਵੀ ਭਲੀ ਭਾਂਤ ਪਤਾ ਸੀ ਕਿ ਮਾਂ-ਬਾਪ ਦੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦੇਣਾ। ਸ਼ਮੀਰੋ ਹਰ ਕਦਮ ਸੋਚ ਸਮਝ ਕੇ ਪੁੱਟਦੀ। ਬਹੁਤੀ ਵਾਰੀ ਜਵਾਨੀ ਦੇ ਜੋਸ਼ ਨੂੰ ਉਹ ਦੱਬ ਲੈਂਦੀ, ਕਈ ਵਾਰੀ ਅੱਖਾਂ ਵੀ ਪੂੰਝ ਲੈਂਦੀ। ਕਾਲਜ ਦੀਆਂ ਸਟੇਜਾਂ ਉੱਤੇ ਉਸ ਦਾ ਡੰਕਾ ਵੱਜਣ ਲੱਗ ਪਿਆ ਸੀ। ਹਰ ਕੋਈ ਉਹਦੀ ਸਿਫਤ ਕਰਦਾ ਸੀ। ਉਸ ਵੇਲੇ ਦਾ ਇੱਕ ਮਸ਼ਹੂਰ ਗਾਇਕ ਇੱਕ ਵਧੀਆ ਨੱਚ ਲੈਣ ਵਾਲੀ ਕਲਾਕਾਰ ਦੀ ਭਾਲ ਵਿੱਚ ਪੁੱਛ ਰਿਹਾ ਸੀ। ਗੱਲਾਂ ਵਿੱਚ ਹੀ ਸ਼ਮੀਰੋ ਦਾ ਜ਼ਿਕਰ ਵੀ ਹੋ ਗਿਆ। ਕੁਦਰਤੀ ਝੋਲੇ ਵਿੱਚੋਂ ਇੱਕ ਫੋਟੋ ਵੀ ਨਿਕਲ ਆਈ। ਬਸ ਫੇਰ ਕੀ ਸੀ, ਗਾਇਕ ਤਾਂ ਖਹਿੜਾ ਹੀ ਪੈ ਗਿਆ। ਉਦੋਂ ਫੋਨ ਤਾਂ ਸਿਰਫ ਲੈਂਡਲਾਈਨ ਹੀ ਹੁੰਦੇ ਸੀ। ਘਰ ਆ ਕੇ ਗੱਲਬਾਤ ਕੀਤੀ ਅਤੇ ਟੀਵੀ 'ਤੇ ਪ੍ਰੋਗਰਾਮ ਦਾ ਦਿਨ ਮੁਕਰਰ ਹੋ ਗਿਆ। ਜਿਸ ਦਿਨ ਸ਼ਮੀਰੋ ਨੇ ਬੱਸ ਫੜਨੀ ਸੀ, ਅੱਡੇ ਤੱਕ ਨਾਲ ਜਾਣਾ ਪਿਆ। ਅਲਵਿਦਾ ਕਹਿਣ ਤੋਂ ਪਹਿਲਾਂ ਸ਼ਮੀਰੋ ਨੇ ਮਲਕੜੇ ਜਿਹੇ ਆਲਾ ਦੁਆਲਾ ਵੇਖ ਕੇ ਕਾਲੀ ਜਿਹੀ ਵਿੱਚ 3 ਕੁ ਸਕਿੰਟ ਦੀ ਗਲਵਖੜੀ ਪਾ ਦਿੱਤੀ। ਹੱਕਾ ਬੱਕਾ ਰਹਿ ਜਾਣਾ ਸੁਭਾਵਿਕ ਹੀ ਸੀ। ਹੈਲੋ, ਸ਼ਮੀਰੋ ਬੋਲਦੀ ਹੈ? ਹਾਏ ਮੈਂ ਮਰ ਜਾ, ਤੁਸੀਂ ਕਿੱਥੇ? ਇੱਥੇ ਹੀ ਅਮਰੀਕਾ ਆਇਆ ਸੀ, ਸੋਚਿਆ ਤੈਨੂੰ ਲੱਭ ਕੇ ਦੇਖਦਾ। ਚੱਲ ਦੱਸ ਕਿੱਥੇ ਹੈ, ਤੈਨੂੰ ਮੈਂ ਲੈ ਕੇ ਆਉਣੀ ਆ। ਨਹੀਂ, ਤੂੰ ਬਸ ਮਿਲਣ ਆ ਜਾ, ਤੜਕੇ ਤੱਕ ਹੀ ਇੱਥੋਂ ਹਾਂ। ਸਿਰਨਾਮਾ ਭੇਜ। 1 ਘੰਟੇ ਦੇ ਵਿੱਚ ਸ਼ਮੀਰੋ ਦੱਸੇ ਸਿਰਨਾਮੇ 'ਤੇ ਆ ਗਈ। ਉਹੀ 20 ਸਾਲ ਪੁਰਾਣਾ ਰੰਗ ਰੂਪ ਅਤੇ ਅੱਖਾਂ ਦੀ ਮੜਕ, ਬਸ ਸਲਿਮ ਤੋਂ ਹੈਲਦੀ ਹੋ ਗਈ ਸੀ। ਮਿਲਣ ਲਈ ਅੱਗੇ ਵਧੀ ਪਰ ਰੁਕ ਗਈ ਅਤੇ ਬੋਲੀ, ਆ ਮੇਰੇ 2 ਪੁੱਤਰ ਨੇ। ਉਸਨੇ ਨਾਮ ਅਤੇ ਉਮਰ ਵੀ ਦੱਸੀ, ਪਰ ਕੌਣ ਯਾਦ ਰੱਖਦਾ। ਕੀ ਕੰਮ ਕਰਦੀ ਹੈ? ਬਸ ਉਹੀ ਸਟੋਰਾਂ 'ਤੇ ਜੋ ਬਾਕੀ ਸਾਰੇ ਕਰਦੇ ਨੇ। ਗਿੱਧੇ ਦੀਆਂ ਕਲਾਸਾਂ ਨਹੀਂ ਲਾਉਂਦੀ? ਕਿੱਥੇ, ਉਹ ਇੱਕ ਹੌਂਕਾ ਜਿਹਾ ਭਰ ਕੇ ਬੋਲੀ। ਘਰ ਵਾਲਾ ਟੈਕਸੀ ਚਲਾਉਂਦਾ। ਉਹ ਕਹਿੰਦਾ ਆਪਾਂ ਨਹੀਂ ਇਹ ਕੁੱਤੇ ਕੰਮ ਕਰਨੇ, ਚੁੱਪ ਕਰਕੇ ਬੱਚੇ ਪਾਲ ਅਤੇ ਸਟੋਰ 'ਤੇ ਕੰਮ ਕਰ। ਕਲਾਕਾਰ ਦੀ ਮੌਤ ਇੰਜ ਵੀ ਹੋ ਸਕਦੀ ਹੈ, ਇੱਕ ਅਸਹਿ ਅਹਿਸਾਸ ਸੀ। ਕਾਫੀ ਦੇਰ ਚੁੱਪ ਪਸਰੀ ਰਹੀ। ਸ਼ਾਇਦ ਚਾਰੇ ਅੱਖਾਂ ਨਮ ਹੋ ਗਈਆਂ ਸਨ। ਚੰਗਾ, ਹੁਣ ਮੈਂ ਚੱਲਦੀ ਹਾਂ, ਕਹਿ ਕੇ ਉੱਠ ਖੜੀ। ਉਸਨੇ ਬੱਸ ਅੱਡੇ ਵਾਲੀ ਨਜ਼ਰ ਨਾਲ ਆਲੇ ਦੁਆਲੇ ਵੇਖਿਆ ਅਤੇ ਫਿਰ ਅੱਗੇ ਨੂੰ ਉੱਠਿਆ ਕਦਮ ਪਿੱਛੇ ਨੂੰ ਮੋੜ ਲਿਆ। ਸ਼ਾਇਦ ਉਹਨੂੰ 2 ਜਾਸੂਸ ਦਿਸ ਪਏ ਸਨ ਅਤੇ ਉਹ 20 ਸਾਲ ਪੁਰਾਣੀ ਰੀਝ ਨਾਲ ਲੈ ਕੇ ਘਰ ਵਿੱਚ ਬੈਠ ਕੇ
ਚਲੀ ਗਈ। ਸਰੋਤਿਓ, ਅੱਜ ਆਪਾਂ ਸੁਣਦੇ ਹਾਂ ਜਨਮੇਜਾ ਸਿੰਘ ਜੌਹਲ ਹੋਣੀ ਦੀਆਂ ਲਿਖੀਆਂ ਕਹਾਣੀਆਂ ਦੀ ਕਿਤਾਬ ਸ਼ਮੀਰੋ ਵਿੱਚੋਂ ਅਗਲੀ ਕਹਾਣੀ ਸ਼ੀਸ਼ਾ ਟੁੱਟ ਗਿਆ। ਸ਼ਮੀਰੋ ਜਿਵੇਂ ਹੀ ਕਾਰ ਵਿੱਚ ਬੈਠਦੀ ਸਭ ਤੋਂ ਪਹਿਲਾਂ ਮੂੰਹ ਤੋਂ ਲਟਾਂ ਨੂੰ ਪਿੱਛੇ ਕਰਦੀ ਅਤੇ ਫਿਰ ਕਾਰ ਦੇ ਮੂਹਰਲੇ ਸ਼ੇਡ ਨੂੰ ਪੁੱਠਾ ਘੁਮਾ ਕੇ ਸ਼ੀਸ਼ੇ ਵਿੱਚ ਆਪਣਾ ਸਿਰ ਨੂੰ ਇੱਧਰ ਉੱਧਰ ਕਰਕੇ ਦੇਖਦੀ ਅਤੇ ਫਿਰ ਡਰਾਈਵਰ ਪਾਸੇ ਮੂੰਹ ਕਰਕੇ ਪੁੱਛਦੀ, ਸੋਹਣੀ ਲੱਗਦੀ ਆ ਨਾ? ਹਾਂ ਹਾਂ, ਕਿਆ ਬਾਤ ਹੈ, ਸੋਹਣੀ ਹੀ ਨਹੀਂ ਪਿਆਰੀ ਵੀ ਲੱਗਦੀ ਹੈ। ਇਹ ਸੁਣ ਸ਼ਮੀਰੋ ਦਾ ਚਿਹਰਾ ਲਾਲ ਸੁਰਖ ਹੋ ਜਾਂਦਾ ਅਤੇ ਉਹਦੇ ਚਿਹਰੇ ਦੀ ਖੁਸ਼ੀ ਸੰਭਾਲੀ ਨਾ ਜਾਂਦੀ। ਉਹ ਕਾਫੀ ਦੇਰ ਚੁੱਪ ਬੈਠੀ ਰਹਿੰਦੀ, ਜਿਵੇਂ ਕੋਈ ਸੁਪਨਾ ਵੇਖ ਰਹੀ ਹੋਵੇ। ਇਹ ਰੋਜ਼ ਦਾ ਹੀ ਕੰਮ ਸੀ। ਸਫ਼ਰ ਦੌਰਾਨ ਵੀ ਉਹਨੇ ਵਿੱਚ ਪੁੱਛਦੀ ਰਹਿਣਾ। ਲੱਗਦਾ ਸੀ ਉਹਨੂੰ ਆਪਣੇ ਸੁਪਨ 'ਤੇ ਬਾਹਲਾ ਹੀ ਮਾਣ ਸੀ। ਕਈ ਵਾਰੀ ਉਹਨੇ ਆਪਣੀ ਸੁੰਦਰਤਾ ਦੀਆਂ ਕਹਾਣੀਆਂ ਵੀ ਘੜ ਕੇ ਸੁਣਾਉਣੀਆਂ। ਅਖੇ ਚੌਂਕ 'ਤੇ ਬੱਤੀ ਹਰੀ ਹੋ ਗਈ ਪਰ ਟ੍ਰੈਫਿਕ ਤੁਰੇ ਹੀ ਨਾ। ਫਿਰ ਇੱਕ ਪੁਲਿਸ ਵਾਲਾ ਆਇਆ ਅਤੇ ਸਭ ਨੂੰ ਕਹਿੰਦਾ, ਤੁਰੋ ਤੁਰੋ, ਬੱਤੀ ਹਰੀ ਹੋ ਗਈ ਹੈ, ਇਹਦੇ ਵੱਲ ਕੀ ਵੇਖੀ ਜਾਂਦੇ ਹੋ? ਇਸੇ ਤਰ੍ਹਾਂ ਮੁੰਡੇ ਲਾਲ ਬੱਤੀ ਟੱਪ ਆਏ ਇਹਦੇ ਪਿੱਛੇ ਅਤੇ ਚਲਾਨ ਕਰਵਾ ਬੈਠੇ। ਇੱਕ ਦਿਨ ਕਾਲਜ ਦੇ ਛਲਾਰੂ 40 ਨੂੰ ਢੁਕੀ ਸ਼ਮੀਰੋ ਨੂੰ ਪਟਾਕਾ ਕਹਿ ਕੇ ਗੱਡੀ ਭਜਾ ਕੇ ਲੈ ਗਏ। ਸ਼ਮੀਰੋ ਦੇ ਨਾਲ ਦੀ ਸੀਟ 'ਤੇ ਬੈਠੀ ਨੇ ਅੱਧ ਪਚੱਧਾ ਸੱਚੀਆਂ ਝੂਠੀਆਂ ਕਈ ਕਹਾਣੀਆਂ ਸੁਣਾਈ ਜਾਣਾ। ਬਚਪਨ ਵਿੱਚ ਸੋਹਣੀ ਹੋਣ ਕਰਕੇ ਮਿਲੇ ਪਿਆਰ ਦੀਆਂ, ਜਵਾਨੀ ਵਿੱਚ ਪਿੱਛਾ ਕਰਦੇ ਮੁੰਡਿਆਂ ਦੀਆਂ, ਰਿਸ਼ਤਾ ਮੰਗਣ ਆਏ ਅਫਸਰਾਂ ਵੱਲੋਂ ਪਾਏ ਤਰਲੇ ਦੀਆਂ। ਸ਼ਮੀਰੋ ਨਾਲ ਕਿਸੇ ਹੋਰ ਵਿਸ਼ੇ 'ਤੇ ਗੱਲ ਹੀ ਨਹੀਂ ਸੀ ਤੁਰਦੀ, ਸਿਵਾਏ ਹਾਂ ਹੂੰ ਜਾਂ ਦੇਖਦੀ ਹਾਂ। ਉਹ ਤਾਂ ਹਰ ਵੇਲੇ ਆਪਣੇ ਹੁਸਨ 'ਤੇ ਹੀ ਫਿਦਾ ਸੀ ਅਤੇ ਸਿਫਤਾਂ ਹੀ ਸੁਣਨਾ ਚਾਹੁੰਦੀ ਸੀ। ਪੜ੍ਹਾਈ ਹਾਲੇ ਉਹਦੀ ਅਧੂਰੀ ਸੀ ਅਤੇ ਸੁਪਨੇ ਉਹ ਵੱਡੇ ਸਰਕਾਰੀ ਅਫਸਰ, ਖਾਸ ਕਰਕੇ IPS ਬਣਨ ਦੇ ਲਈ ਜਾਂਦੀ ਸੀ। ਉਹਨੂੰ ਕਈ ਵਾਰ ਦੱਸਿਆ ਕਿ ਵਿਆਹ ਕਰਾਉਣ, ਬੱਚੇ ਪੈਦਾ ਕਰਨ ਅਤੇ ਨੌਕਰੀ ਲੈਣ ਦੀ ਇੱਕ ਉਮਰ ਸੀਮਾ ਹੁੰਦੀ ਹੈ, ਪਰ ਇਹ ਗੱਲ ਕਦੇ ਉਹਦੇ ਖਾਨੇ ਵਿੱਚ ਪਈ ਹੀ ਨਹੀਂ। ਇੱਕ ਦਿਨ ਉਹਨੇ ਕਿਹਾ, ਮੈਨੂੰ ਇੱਕ ਸ਼ੀਸ਼ਾ ਲੈ ਕੇ ਦਿਓ। ਕਿਉਂ ਦੇ ਜਵਾਬ ਵਿੱਚ ਕਹਿੰਦੀ ਕਿ ਜਦੋਂ ਤੁਸੀਂ ਮੇਰੇ ਨਾਲ ਨਹੀਂ ਹੁੰਦੇ, ਤੁਹਾਡਾ ਦਿੱਤਾ ਸ਼ੀਸ਼ਾ ਮੇਰੀਆਂ ਸਿਫਤਾਂ ਕਰਦਿਆ ਕਰੇਗਾ। ਇਹ ਤਾਂ ਨਵਾਂ ਹੀ ਕੰਮ ਹੋ ਗਿਆ। ਲੱਗਦਾ ਉਹਨੂੰ ਢਲਦੀ ਉਮਰ ਅਤੇ ਚਿਹਰੇ ਦੇ ਗੋਲ ਮਟੋਲ ਤੋਂ ਚੌਰਸ ਹੋਣ ਦਾ ਅਹਿਸਾਸ ਹੋਣ ਲੱਗ ਪਿਆ ਸੀ, ਪਰ ਉਹ ਸਮੇਂ ਦੇ ਸੱਚ ਨੂੰ ਮੰਨਣਾ ਨਹੀਂ ਸੀ ਚਾਹੁੰਦੀ। ਸ਼ੀਸ਼ਾ ਲੈ ਕੇ ਦੇਣਾ ਕੋਈ ਵੱਡੀ ਗੱਲ ਨਹੀਂ ਸੀ, ਪਰ ਸ਼ੀਸ਼ੇ ਤੋਂ ਝੂਠ ਬੁਲਾਉਣਾ ਪਾਪ ਜਿਹਾ ਕਰਨਾ ਲੱਗਿਆ। ਹੁਣ ਕੀ ਕੀਤਾ ਜਾਵੇ? ਰੋਜ਼ ਹੀ ਸ਼ੀਸ਼ੇ ਦਾ ਜ਼ਿਕਰ ਹੋਣ ਲੱਗਾ ਅਤੇ ਨਾਲ ਹੀ ਭੁੱਲ ਗਿਆ ਜਾਂ ਘਰੇ ਰਹਿ ਗਿਆ ਦੇ ਬਹਾਨੇ ਲੱਗਣ ਲੱਗ ਪਏ। ਆਖਰ ਸਭ ਬਹਾਨੇ ਖਤਮ ਹੋ ਗਏ ਅਤੇ ਸ਼ੀਸ਼ੇ ਦੀ ਮੰਗ ਵੀ ਤੇਜ਼ ਹੋ ਗਈ। ਬਸ ਹੁਣ ਇੱਕੋ ਬਹਾਨਾ ਬਚਿਆ ਸੀ ਸ਼ੀਸ਼ੇ ਦੀ ਇੱਜ਼ਤ ਬਚਾਉਣ ਦਾ। ਮਨ ਕਰੜਾ ਕਰਕੇ ਮਸੂਸੇ ਜਿਹੇ ਮੂੰਹ ਨਾਲ ਕਹਿ ਦਿੱਤਾ, ਸ਼ੀਸ਼ਾ ਤਾਂ ਟੁੱਟ ਗਿਆ, ਹੱਥੋਂ ਤਿਲਕ ਕੇ। ਇਹ ਤਾਂ ਫਿਰ ਬਦਸ਼ਗਨੀ ਹੋ ਗਈ, ਕਹਿ ਕੇ ਉਹ ਕਾਰ 'ਚੋਂ ਉਤਰ ਗਈ। ਸਰੋਤਿਓ, ਆਓ ਸੁਣੀਏ ਜਨਮੇਜਾ ਸਿੰਘ ਜੌਹਲ ਹੋਣਾ ਦੀ ਲਿਖੀ ਕਹਾਣੀ ਮਹੰਤ। ਬਾਜ਼ਾਰ ਵਿੱਚ ਬੇਧਿਆਨੇ ਤੁਰੇ ਜਾਂਦਿਆਂ ਆਵਾਜ਼ ਆਈ, ਸਰ ਜੀ ਕਿਵੇਂ ਹੋ? ਦੇਖਿਆ ਤਾਂ ਸਾਹਮਣੇ ਅੱਗ ਵਾਂਗ ਮੱਚਦੀ ਭਰਪੂਰ ਔਰਤ ਖੜੀ ਸੀ। ਦੋ ਕੁ ਜਣੇ ਉਹਦੇ ਨਾਲ ਸਨ। ਭਮੱਤਰੇ ਹੋਏ ਆਸੇ ਪਾਸੇ ਵੇਖਿਆ, ਕੋਈ ਹੋਰ ਬੰਦਾ ਨਜ਼ਰ ਨਾ ਆਇਆ, ਕਿਉਂਕਿ ਹਾਲੇ ਵੀ ਸ਼ੱਕ ਸੀ ਕਿ ਇਹ ਆਵਾਜ਼ ਕਿਸੇ ਹੋਰ ਲਈ ਹੈ। ਇੰਨੇ ਚਿਰ ਨੂੰ ਉਸ ਕਿਹਾ, ਪਹਿਚਾਣਿਆ ਨਹੀਂ? ਹੁਣ ਭਰੇ ਬਾਜ਼ਾਰ ਦੀਆਂ ਤਾੜਦੀਆਂ ਅੱਖਾਂ ਮੂਹਰੇ
ਨਾ ਕਹਿਣ ਨਾਲੋਂ ਸਿਰ ਮਾਰਨਾ ਬਿਹਤਰ ਲੱਗਿਆ। ਸਰ, ਮੈਂ ਬਸ਼ੀਰੋ, ਆ ਲਓ ਮੇਰਾ ਕਾਰਡ, ਕਿਸੇ ਵੇਲੇ ਆਉਣਾ। ਇਹ ਕਹਿ ਉਹ ਤਿੰਨੋਂ ਜਣੇ ਧੁੰਦ ਵਾਂਗ ਗਵਾਚ ਗਏ। ਬਸ਼ੀਰੋ ਤੇ ਸ਼ਮੀਰੋ ਗੁਆਂਢ ਵਿੱਚ ਦੋ ਭੈਣਾਂ ਸਨ। ਸ਼ਮੀਰੋ ਕਹਿੰਦੇ 15 ਕੁ ਮਿੰਟ ਵੱਡੀ ਸੀ। ਬਸ਼ੀਰੋ ਆਪਣੀ ਭੈਣ ਨਾਲੋਂ ਸੋਹਣੀ ਹੋਣ ਕਰਕੇ ਲਾਡਲੀ ਵੀ ਸੀ। ਮਾਪੇ ਵੀ ਅਕਸਰ ਨਿੱਕੀ ਕਹਿ ਕੇ ਉਹਦਾ ਪੱਖ ਪੂਰ ਜਾਂਦੇ। ਭੈਣਾਂ ਵਿਚਕਾਰ ਹੁੰਦੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਸਭ ਦਾ ਦਿਲ ਲਾਈ ਰੱਖਦੀਆਂ। ਫਿਰ ਇੱਕ ਦਿਨ ਸ਼ਮੀਰੋ ਦੇ ਰਿਸ਼ਤੇ ਲਈ ਆਏ ਲੋਕ ਬਸ਼ੀਰੋ ਨੂੰ ਹੀ ਚੁੰਨੀ ਚੜਾ ਕੇ ਲੈ ਗਏ। ਸ਼ਮੀਰੋ ਹੁਣ ਚੁੱਪ ਰਹਿਣ ਲੱਗ ਪਈ ਤੇ ਕਦੇ ਹੀ ਦਿਸਦੀ। ਸਮਾਂ ਦਹਾਕਿਆਂ ਵਿੱਚ ਉਡਾਰੀ ਮਾਰ ਗਿਆ। ਇੱਕ ਦਿਨ ਪੁਰਾਣੇ ਕਾਗਜ਼ ਫਰੋਲਦਿਆਂ ਇੱਕ ਕਾਰਡ ਦਿਸਿਆ। ਉਹ ਹੀ ਬਾਜ਼ਾਰ ਵਾਲਾ ਕਾਰਡ। ਆਜੋ ਆਜੋ, ਬਸ਼ੀਰੋ ਨੇ ਦੂਰੋਂ ਹੀ ਦੇਖ ਲਿਆ ਸੀ। ਅੰਦਰ ਵਾਹਵਾ ਰੌਣਕ ਸੀ। ਚਾਹ ਪਾਣੀ ਤੋਂ ਬਾਅਦ ਬਸ਼ੀਰੋ ਨੇ ਇਕੱਲਤਾ ਲਈ ਅੰਦਰਲੀ ਬੈਠਕ ਖੁਲਵਾ ਲਈ। ਕੁਝ ਮਿੰਟਾਂ ਬਾਅਦ ਹੀ ਉਹ ਉਧੜਨੀ ਸ਼ੁਰੂ ਹੋ ਗਈ। ਅਖੇ ਵਿਆਹ ਤੋਂ 8ਵੇਂ ਸਾਲ ਬਾਅਦ ਉਸ ਦਾ ਤਲਾਕ ਹੋ ਗਿਆ। ਸਹੁਰੇ ਬੱਚਾ ਚਾਹੁੰਦੇ ਸਨ ਤੇ ਉਹ ਇਸ ਕਾਬਲ ਨਹੀਂ ਸੀ। ਉਹਨੇ ਕਈ ਥਾਂ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਸਿਵਾਏ ਵਾਸ਼ਨਾਵਾਂ ਦੇ ਕਿਸੇ ਕੋਲ ਕੁਝ ਵੀ ਨਹੀਂ ਸੀ। ਪੜ੍ਹੀ ਲਿਖੀ ਹੋਣ ਦੀ ਘਾਟ ਮਹਿਸੂਸ ਹੋਈ। ਇੱਕ ਦਿਨ ਬਾਜ਼ਾਰ ਵਿੱਚ ਕਿਸੇ ਨੇ ਖੁਸ਼ੀ ਮਨਾਉਣ ਲਈ ਪ੍ਰਵਾਸੀ ਨਚਾਰ ਲਾਏ ਹੋਏ ਸਨ। ਬਸ਼ੀਰੋ ਨੂੰ ਬਚਪਨ ਦੇ ਨੱਚਣ ਵਾਲੇ ਦਿਨ ਯਾਦ ਆ ਗਏ। ਉਹਦਾ ਦਿਲ ਨੱਚਣ ਨੂੰ ਕਰ ਆਇਆ। ਉਸਨੇ ਪਿੰਡ ਦੀ ਭੰਬੀਰੀ ਬਣਾ ਦਿੱਤੀ। ਇੱਥੇ ਹੀ ਉਸ ਦੀ ਨਚਾਰ ਮੰਡਲੀ ਨਾਲ ਗੱਲਬਾਤ ਹੋ ਗਈ। ਮੰਡਲੀ 'ਚ ਜਾਨ ਪੈ ਗਈ ਤੇ ਬਸ਼ੀਰੋ ਦੀ ਮੁਥਾਜੀ ਵੀ ਚੁੱਕੀ ਗਈ। ਪਿੰਡੋਂ ਪਿੰਡ, ਸ਼ਹਿਰੋਂ ਸ਼ਹਿਰ ਬਸ਼ੀਰੋ ਵਾਲੀ ਮੰਡਲੀ ਮਸ਼ਹੂਰ ਹੋ ਗਈ। ਦਹਾਕੇ ਦੇ ਕਰੀਬ ਇਹ ਕੰਮ ਚੱਲਿਆ। ਫਿਰ ਆਪਸੀ ਫੁੱਟ ਪੈ ਗਈ। ਬਸ਼ੀਰੋ ਨੇ ਆਪਣੀ ਮੰਡਲੀ ਬਣਾ ਲਈ। ਉਹ ਦੱਸੀ ਗਈ ਲੋਕਾਂ ਦੇ ਸੁਭਾਅ, ਗੰਦਲੀ ਸੋਚ ਦੇ ਚੌਧਰੀਆਂ ਬਾਰੇ, ਬੁੜੀਆਂ ਦੀਆਂ ਸੀਸਾਂ ਬਾਰੇ ਤੇ ਹੋਰ ਪਤਾ ਨਹੀਂ ਕਿੰਨਾ ਹੀ ਕੁਝ। ਫਿਰ ਉਹ ਚੁੱਪ ਕਰ ਗਈ। ਤੇ ਸ਼ਮੀਰੋ ਨੂੰ ਕਦੇ ਮਿਲੀ? ਉਹ ਰੋਣ ਲੱਗ ਪਈ ਤੇ ਦੋ ਮੋਟੇ ਹੰਝੂ ਉਸ ਦੀਆਂ ਲਾਲ ਗੱਲਾਂ 'ਤੇ ਲਿਸ਼ਕੋਰ ਮਾਰ ਗਏ। ਨਹੀਂ, ਮੈਂ ਨਹੀਂ ਚਾਹੁੰਦੀ ਮੇਰੇ ਕਰਕੇ ਇਹ ਬੇਰਕਿਰ ਸਮਾਜ ਉਸ ਪਰਿਵਾਰ ਦਾ ਮਜ਼ਾਕ ਉਡਾਵੇ। ਉਹ ਉੱਠੀ ਤੇ ਗੁਸਲਖਾਨੇ 'ਚੋਂ ਮੂੰਹ ਤੋਂ ਆਈ। ਹੁਣ ਉਹਦੇ ਚਿਹਰੇ ਦੀਆਂ ਲਕੀਰਾਂ ਉਸ ਦੀ ਉਮਰ ਦਾ ਪੰਧ ਲੁਕੋ ਨਾ ਸਕੀਆਂ। ਬੈਠਦੇ ਹੀ ਉਹ ਬੋਲੀ, ਵੈਸੇ ਮੈਂ ਹੁਣ ਇਸ ਡੇਰੇ ਦੀ ਮਹੰਤ ਹਾਂ। ਵਾਪਸ ਆ ਕੇ ਸਭ ਤੋਂ ਪਹਿਲਾਂ ਉਹ ਕਾਰਡ ਚੂਰ ਚੂਰ ਕੀਤਾ। ਲੇਖਕ ਜਨਮੇਜਾ ਸਿੰਘ ਜੌਹਲ। ਕਹਾਣੀ ਦੇਰ ਕਰਤੀ। ਅਚਾਨਕ ਬਾਹਰਲੇ ਦਰਵਾਜ਼ੇ ਦੀ ਘੰਟੀ ਵੱਜੀ। ਟਿੱਕੀ ਦੁਪਹਿਰ ਨੂੰ ਕਿਹੜਾ ਆ ਗਿਆ? ਸੋਚਿਆ, ਇੱਕ ਕੋਰੀਅਰ ਵਾਲੇ ਅਕਸਰ ਦੁਪਹਿਰ ਨੂੰ ਹੀ ਆਉਂਦੇ ਹਨ। ਮੀਚੀਆਂ ਜਿਹੀਆਂ ਅੱਖਾਂ ਨੇ ਦੇਖਿਆ ਕਿ ਬੂਹੇ 'ਤੇ ਗੁਆਂਢਣ ਸ਼ਮੀਰੋ ਖੜੀ ਸੀ। ਇਸ ਤੋਂ ਪਹਿਲਾਂ ਕਿ ਕੋਈ ਸਵਾਲ ਕਰਦਾ ਉਹ ਬੋਲੀ, ਛੇਤੀ ਕਰੋ, ਕਾਰ ਕੱਢੋ, ਵੀਰੇ ਦੇ ਸੱਟ ਲੱਗ ਗਈ ਆ, ਹਸਪਤਾਲ ਜਾਣਾ ਹੈ। ਰਸਤੇ ਵਿੱਚ ਪਤਾ ਲੱਗਿਆ ਕਿ ਬਸ਼ੀਰਾ ਪੱਖੇ ਸਾਫ਼ ਕਰ ਰਿਹਾ ਸੀ। ਪੌੜੀ ਖਿਸਕ ਗਈ ਤੇ ਸਰੀਰ ਦੀ ਕਾਫੀ ਟੁੱਟ ਭੱਜ ਹੋ ਗਈ ਸੀ। ਹਸਪਤਾਲ ਵਿੱਚ ਹੀ ਸਾਨੂੰ ਸ਼ਾਮ ਪੈ ਗਈ। ਡਾਕਟਰ ਅੰਦਰ ਆਪਣਾ ਕੰਮ ਕਰ ਰਹੇ ਸਨ। ਬਾਹਰ ਅਸੀਂ ਬੈਂਚਾਂ 'ਤੇ ਆਮੋ ਸਾਹਮਣੇ ਬਹਿ ਗਏ। ਇੱਕ ਚੁੱਪ ਪਸਰੀ ਹੋਈ ਸੀ। ਪਤਾ ਨਹੀਂ ਕਦੋਂ ਸ਼ਮੀਰੋ ਦੀ ਅੱਖ ਲੱਗ ਗਈ। ਉਸ ਦੀ ਚੁੰਨੀ ਚਿਹਰੇ ਤੋਂ ਪਿੱਛੇ ਜੇ ਹੋ ਗਈ ਤੇ ਚਿਹਰੇ ਦੀ ਲਾਲੀ ਹਲੇ ਵੀ 30 ਸਾਲ ਪਹਿਲਾਂ ਦੇਖੇ ਵਰਗੀ ਹੀ ਸੀ। ਵਾਲਾਂ ਵਿੱਚ ਇੱਕਾ ਦੁੱਕਾ ਚਿੱਟਾ ਵਾਲ ਆਪਣੀ ਕਮਾਲ ਦਿਖਾ ਰਿਹਾ ਸੀ। ਸ਼ਮੀਰੋ ਹੁਣੇ 3 ਭੈਣ ਭਰਾ ਸਨ।
ਛੋਟੀ ਭੈਣ ਬਸ਼ੀਰੋ ਤੇ ਉਸ ਤੋਂ ਛੋਟਾ ਭਰਾ ਬਸ਼ੀਰਾ। ਸ਼ਮੀਰੋ ਇੱਕ ਕਲਾਸੀਕਲ ਡਾਂਸਰ ਸੀ। ਭਰਾ ਕਿਸੇ ਨਾਲ ਰਲ ਕੇ ਵਪਾਰ ਕਰਦਾ ਸੀ। ਬਸ਼ੀਰੋ ਦਾ ਚੜ੍ਹਦੀ ਉਮਰੇ ਹੀ ਵਿਆਹ ਹੋ ਗਿਆ ਸੀ। ਸ਼ਮੀਰੋ ਦੇ ਬਹੁਤ ਰੁਝੇਵੇਂ ਰਹਿੰਦੇ। ਉਹਨੇ ਕਈ ਵਾਰ ਭਰਾ ਨੂੰ ਵਿਆਹ ਕਰਵਾਉਣ ਲਈ ਕਿਹਾ, ਪਰ ਉਹ ਬਜਿੱਦ ਸੀ ਕਿ ਪਹਿਲਾਂ ਸ਼ਮੀਰੋ ਵਿਆਹ ਕਰਾਏ, ਪਰ ਸ਼ਮੀਰੋ ਕੋਲ ਵਕਤ ਹੀ ਨਹੀਂ ਸੀ। ਸਮਾਂ ਬੀਤਦਾ ਗਿਆ ਅਤੇ ਇੱਕ ਦਿਨ ਉਹਨਾਂ ਦੀ ਮਾਤਾ ਵੀ ਜਹਾਨੋਂ ਤੁਰ ਗਈ। ਸ਼ਮੀਰੋ ਵੀ ਹੁਣ ਥੱਕੀ ਥੱਕੀ ਜਿਹੀ ਲੱਗਦੀ। ਇੱਕ ਐਤਵਾਰ ਗੇਮ ਲਾ ਕੇ ਆਏ ਨੂੰ ਸ਼ਮੀਰੋ ਬੂਹੇ ਮੂਹਰੇ ਹੀ ਮਿਲ ਗਈ। ਆਖੇ, ਅੰਦਰ ਆਓ, ਮੈਂ ਤੁਹਾਡੇ ਲਈ ਚਾਹ ਬਣਾ ਕੇ ਰੱਖੀ ਹੈ। ਚਾਹ ਨਾਲ ਬਾਲਾ ਹੀ ਨਿੱਕ ਸੁੱਕ ਸੀ। ਹਾਲੇ ਪਹਿਲਾ ਘੁੱਟ ਅੰਦਰ ਨਹੀਂ ਸੀ ਗਿਆ, ਉਹ ਬੋਲੀ, ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਘੁੱਟ ਉੱਥੇ ਹੀ ਰੁਕ ਗਿਆ। ਜ਼ਰੂਰ ਕੋਈ ਲਾਂਭਾ ਹੋਊ ਜਾਂ ਫਿਰ ਪੈਸੇ ਵਗੈਰਾ ਦੀ ਵਿਗਾੜ ਹੋਊ। ਉਹ ਬੋਲੀ, ਕੀ ਤੁਸੀਂ ਫਲਾਣੇ ਨੂੰ ਜਾਣਦੇ ਹੋ? ਹਾਂ ਹਾਂ, ਉਸ ਨਾਲ ਤੁਸੀਂ ਇੱਕ ਗੱਲ ਕਰਨੀ ਹੈ, ਪਰ ਕਿਸੇ ਹੋਰ ਨੂੰ ਪਤਾ ਨਾ ਲੱਗੇ। ਦੱਸੋ। ਉਸ ਨਾਲ ਕੁਝ ਸਮਾਂ ਪਹਿਲਾਂ ਮੇਰੇ ਰਿਸ਼ਤੇ ਦੀ ਗੱਲ ਚੱਲੀ ਸੀ, ਉਹ ਪਤਾ ਕਰਨਾ ਹੈ। ਹਾਂ, ਜ਼ਰੂਰ ਕਰਾਂਗਾ। ਕੁਝ ਦਿਨਾਂ ਬਾਅਦ ਉਸ ਬੰਦੇ ਨਾਲ ਗੱਲ ਕੀਤੀ ਤਾਂ ਬਹੁਤ ਹੱਸਿਆ ਅਤੇ ਬੋਲਿਆ, ਯਾਰ ਇਹ ਤਾਂ 3 ਸਾਲ ਪੁਰਾਣੀ ਗੱਲ ਹੈ। ਉਸਨੇ ਕੋਈ ਜਵਾਬ ਹੀ ਨਹੀਂ ਸੀ ਦਿੱਤਾ। ਹੁਣ ਤਾਂ ਸੁੱਖ ਨਾਲ ਮੇਰੇ ਕੋਲ 1 ਸਾਲ ਦਾ ਜਵਾਕ ਹੈ। ਹੁਣ ਮੈਂ ਦੁਵਿਧਾ ਵਿੱਚ ਫਸ ਗਿਆ ਕਿ ਸ਼ਮੀਰੋ ਦਾ ਸੁਪਨਾ ਤੋੜਾਂ ਕਿ ਨਾ। 3 ਦਹਾਕੇ ਹੋ ਗਏ ਸੀ ਚੁੱਪਧਾਰੀ ਨੂੰ। ਹਨੇਰਾ ਪਸਰ ਰਿਹਾ ਸੀ। ਸਾਹਮਣੇ ਸ਼ਮੀਰੋ ਹੱਥ ਵਿੱਚ 2 ਚਾਹ ਦੇ ਕੱਪ ਲੈ ਕੇ ਖੜੀ ਸੀ। ਚਾਹ ਨੇ ਹਾਲੇ ਸੁਸਤੀ ਲਾਈ ਨਹੀਂ ਸੀ ਕਿ ਉਹ ਬੋਲੀ, ਤੁਹਾਨੂੰ ਨਹੀਂ ਲੱਗਦਾ ਵਿਆਹ ਦਾ ਫੈਸਲਾ ਲੈਣ ਵਿੱਚ ਮੈਂ ਦੇਰ ਕਰਤੀ? ਮਨ ਵਿੱਚ ਸੋਚਿਆ, ਦੇਰ ਤਾਂ ਮੈਂ ਵੀ ਕਰਤੀ, ਪਰ 3 ਦਹਾਕਿਆਂ ਤੋਂ ਦੋਹਾਂ ਦੇ ਅੰਦਰ ਮੱਚਦੇ ਸ਼ੋਰ ਨੂੰ 3 ਸ਼ਬਦਾਂ ਨੇ ਸ਼ਾਂਤ ਕਰ ਦਿੱਤਾ। ਲੇਖਕ ਜਰਮੇਜਾ ਸਿੰਘ ਜੌਲ। ਸਰੋਤਿਓ, ਆਓ ਸੁਣਦੇ ਹਾਂ ਜਰਮੇਜਾ ਸਿੰਘ ਜੌਲ ਹੋਣਾ ਦੀ ਲਿਖੀ ਕਹਾਣੀ ਅੱਗ ਦੇ ਹੰਝੂ। ਤੁਸੀਂ GT ਰੋਡ ਤੇ ਨਗਰ ਤੋਂ 2 ਕਿਲੋਮੀਟਰ ਪਹਿਲਾਂ ਮੁੜਦੀ ਸੜਕ ਤੇ ਆ ਜਾਣਾ। ਮੈਂ 2:30 ਵਜੇ ਉੱਥੇ ਖੜੀ ਹੋਵਾਂਗੀ ਜਾਂ 2-4 ਮਿੰਟ ਵਿੱਚ ਪਹੁੰਚ ਜਾਊਂ। ਸ਼ਾਮ ਤੱਕ ਆਪਣੇ ਕੋਲ ਕਾਫੀ ਵਕਤ ਹੋਵੇਗਾ। ਸ਼ਮੀਰੋ ਦੇ ਫੋਨ ਦੇ ਇਹ ਬੋਲ ਸੁਣ। ਕਾਰ ਦੀ ਰਫ਼ਤਾਰ ਆਪਣੇ ਆਪ ਸਮੇਂ ਅਨੁਸਾਰ ਠੀਕ ਹੋ ਗਈ। ਦੋਵੇਂ ਠੀਕ ਸਮੇਂ ਤੇ ਪਹੁੰਚ ਵੀ ਗਏ। ਸ਼ਮੀਰੋ ਦੇ ਸੰਤਰੀ ਰੰਗ ਦਾ ਸੂਟ ਪਾਇਆ ਹੋਇਆ ਸੀ। ਮਿੱਠੀ ਧੁੱਪ ਉਹਦੀਆਂ ਗੁਲਾਬੀ ਨਿਛੋਹ ਗੱਲਾਂ ਤੇ ਕਹਿਰ ਢਾ ਰਹੀ ਸੀ। ਇਹੋ ਜਿਹਾ ਹੁਸਨ ਵੇਖਣਾ ਸ਼ਾਇਦ ਹੀ ਕਿਸੇ ਦੇ ਹਿੱਸੇ ਆਇਆ ਹੋਵੇ। ਇਸ ਪਹਿਲੀ ਮੁਲਾਕਾਤ ਵਿੱਚ ਸੂਰਜ ਅਸਤ ਹੋਣ ਤੱਕ ਕੈਮਰੇ ਦੀਆਂ ਕਈ ਰੀਲਾਂ ਮੁੱਕ ਗਈਆਂ। ਸ਼ਮੀਰੋ ਇੱਕ ਪਿੰਡ ਦੇ ਸਕੂਲ ਵਿੱਚ ਅਧਿਆਪਕ ਸੀ। ਹਫ਼ਤੇ ਕੁ ਬਾਅਦ ਇੰਜ ਮਿਲਦੇ ਰਹਿਣਾ। ਸ਼ਮੀਰੋ ਦੀਆਂ ਫੋਟੋਆਂ ਧੜਾ-ਧੜ ਅਖਬਾਰਾਂ ਵਿੱਚ ਛਪਣੀਆਂ ਸ਼ੁਰੂ ਹੋ ਗਈਆਂ। ਇੱਕ ਦਿਨ ਕਿਸੇ ਭਾਵੁਕ ਨੇ ਪੁੱਛ ਲਿਆ ਕਿ ਉਸ ਦਾ ਫੋਨ ਨੰਬਰ ਕੀ ਹੈ। ਇਹ ਝੂਠ ਸੁਣ ਕੇ ਉਸਨੂੰ ਬੜੀ ਨਿਰਾਸ਼ਾ ਹੋਈ ਕਿ ਉਹ ਤਾਂ ਵਿਆਹੀ ਹੋਈ ਹੈ। ਦੂਸਰੇ ਦਿਨ ਸ਼ਮੀਰੋ ਦਾ ਹਾਸਾ ਨਹੀਂ ਸੀ ਰੁਕ ਰਿਹਾ। ਫਿਰ ਉਹ ਕਹਿੰਦੀ, ਚੱਲ ਇਹ ਤਾਂ ਦੱਸ ਦੇ, ਮੈਂ ਕਿਹਦੇ ਨਾਲ ਵਿਆਹੀ ਹੋਈ ਹਾਂ? ਕਿਤੇ ਤੇਰੀ ਨੀਅਤ ਤਾਂ ਨਹੀਂ ਵਿਗੜ ਗਈ? ਫਿਰ ਇੱਕ ਦਿਨ ਉਹਨੇ ਸੱਚੀ ਮੁੱਚੀ ਵਿਆਹ ਕਰਵਾ ਲਿਆ। ਦੋਵੇਂ ਮਿਲਣ ਆਏ। ਨਜ਼ਰ ਲੱਗਣ ਵਾਲੀ ਜੋੜੀ ਸੀ। 10 ਕੁ ਸਾਲ ਬਾਅਦ ਰਾਤ ਨੂੰ ਸ਼ਮੀਰੋ ਦਾ ਫੋਨ ਆਇਆ। ਦਿਲ ਘਬਰਾ ਗਿਆ। ਸੁੱਖ ਹੋਵੇ। ਕਹਿੰਦੀ, ਅੱਜ ਮੇਰੀ ਪੁਰਾਣੀ ਫੋਟੋ ਅਖਬਾਰ 'ਚ ਛਪੀ ਹੈ। ਹੁਣ ਡਰ ਲੱਗਣ ਲੱਗ ਗਿਆ ਕਿ ਕੋਈ ਪੰਗਾ ਹੀ ਨਾ ਪੈ ਜਾਵੇ। ਉਹ ਰੋਣ ਲੱਗ ਪਈ ਤੇ ਇੱਧਰ ਅਗਿਆਤ ਡਰ ਸਤਾਉਣ ਲੱਗ ਪਿਆ।
4 ਕੁ ਮਿੰਟ ਬਾਅਦ ਬੋਲੀ, ਸੱਚੀ ਦੱਸਿਓ, ਮੈਂ ਐਡੀ ਸੋਹਣੀ ਹੁੰਦੀ ਸੀ? ਉਹ ਕਈ ਕੁਝ ਬੋਲਦੀ ਗਈ, ਪਰ ਖਤਮ ਹੋਏ ਤਣਾਅ ਨੇ ਕੁਝ ਵੀ ਸੁਣਨ ਨਾ ਦਿੱਤਾ। ਫਿਰ 22 ਸਾਲਾਂ ਬਾਅਦ ਫੋਨ ਦੀ ਘੰਟੀ ਵੱਜੀ। ਨੰਬਰ ਜਾਣਿਆ ਪਛਾਣਿਆ ਸੀ, ਪਰ ਆਵਾਜ਼ ਕਿਸੇ ਮਰਦ ਦੀ ਸੀ। ਭਾਜੀ, ਤੁਹਾਨੂੰ ਇੱਕ ਗੱਲ ਦੱਸਣੀ ਹੈ। ਮੈਂ ਸਮੀਰੋ ਦਾ ਸਾਥੀ ਕਲਾਕਾਰ ਹਾਂ ਬੰਬੇ ਵਿੱਚ। ਉਹ ਬਹੁਤ ਬਿਮਾਰ ਹੈ। ਡਾਕਟਰਾਂ ਨੇ ਉਹਨੂੰ ਜਵਾਬ ਦੇ ਦਿੱਤਾ ਹੈ। ਬਸ ਕੁਝ ਹੀ ਦਿਨ ਬਚੇ ਹਨ ਉਸ ਕੋਲ। ਉਹ ਅਕਸਰ ਤੁਹਾਡੀਆਂ ਗੱਲਾਂ ਦੱਸਦੀ ਹੁੰਦੀ ਸੀ। ਫਿਰ ਉਹਨੇ ਖੂਬ ਹੱਸਣਾ, ਤੇ ਜਦ ਗੱਲਾਂ ਲਾਲ ਹੋ ਜਾਣੀਆਂ ਤੇ ਅੱਖਾਂ 'ਚੋਂ ਹੰਝੂ ਗਿਰਨ ਲੱਗ ਜਾਣੇ ਤਾਂ ਸਾਰਾ ਮਾਹੌਲ ਹੀ ਬਦਲ ਜਾਣਾ। ਅਸੀਂ ਉਸ ਦੇ ਫੋਨ 'ਚੋਂ ਨੰਬਰ ਲੱਭ ਕੇ ਤੁਹਾਨੂੰ ਦੱਸਣਾ ਆਪਣਾ ਫਰਜ਼ ਸਮਝਿਆ। ਪਰ ਉਸ ਦਾ ਪਤੀ ਕਿੱਥੇ ਹੈ? ਉਹਨੂੰ ਤਾਂ ਜੀ ਸਮੀਰੋ ਆਪਣੇ ਜਨੂੰਨ ਦੀ ਖਾਤਰ ਛੱਡ ਕੇ ਮੁੰਬਈ ਆ ਗਈ ਸੀ। ਸਮੀਰੋ ਦੇ ਜਾਣ ਦੀ ਸੂਚਨਾ ਵੀ ਉਹਨਾਂ ਭੇਜ ਦਿੱਤੀ। ਇੱਕ ਗੱਲ ਪੱਕੀ ਹੈ ਕਿ ਜੇ ਅੱਗ ਦੇ ਹੰਝੂ ਸਮੀਰੋ ਦੀਆਂ ਗੱਲਾਂ ਨੂੰ ਸਾੜਨ ਤੋਂ ਪਹਿਲਾਂ ਜ਼ਰੂਰ ਆਏ ਹੋਣਗੇ, ਪਰ ਉਹਨੂੰ ਠਾਰ ਨਾ ਸਕੇ ਹੋਣਗੇ। ਲੇਖਕ ਜਨਮੇਜਾ ਸਿੰਘ ਜੌਹਲ। ਰੂੰਗਾ। ਪਹਿਲਾਂ ਇਹ ਰਿਵਾਜ ਹੁੰਦਾ ਸੀ, ਹੱਟੀ ਤੋਂ ਸੌਦਾ ਲੈਣ ਬਾਅਦ ਨਿਆਣੇ ਰੂੰਗਾ ਮੰਗ ਲੈਂਦੇ ਸਨ। ਅੱਜ ਵੀ ਅਸੀਂ ਤੁਹਾਨੂੰ ਕਿਤਾਬ ਪੜ੍ਹਨ ਦੇ ਇਵਜ਼ ਵਿੱਚ ਆਉਣ ਵਾਲੀ ਅਗਲੀ ਕਿਤਾਬ ਦੀ ਕਹਾਣੀ ਰੂੰਗੇ ਵਜੋਂ ਪੇਸ਼ ਕਰ ਰਹੇ ਹਾਂ। ਉਮੀਦ ਹੈ ਪਸੰਦ ਆਵੇਗੀ। ਜਨਮੇਜਾ ਸਿੰਘ ਜੌਹਲ। ਸਰੋਤਿਓ, ਆਓ ਸੁਣਦੇ ਹਾਂ ਜਨਮੇਜਾ ਸਿੰਘ ਜੌਹਲ ਹੋਣਾ ਦੀ ਲਿਖੀ ਕਹਾਣੀ ਚੋਰ। ਕਿਸੇ ਕਾਨਫਰੰਸ ਦੇ ਸਿਲਸਿਲੇ ਵਿੱਚ ਆਇਆ ਸੀ। ਛੋਟੇ ਜਿਹੇ ਹਾਲ ਵਿੱਚ ਕਾਫੀ ਲੋਕ ਰਜਿਸਟ੍ਰੇਸ਼ਨ ਕਰਾਉਣ ਲਈ ਲਾਈਨ ਵਿੱਚ ਖੜੇ ਸਨ। 5 ਘੰਟੇ ਦੇ ਸਫ਼ਰ ਕਰਕੇ ਕੁਝ ਥੱਕਿਆ ਮਹਿਸੂਸ ਕੀਤਾ ਤੇ ਟੇਬਲ ਤੋਂ ਚਾਹ ਦਾ ਕੱਪ ਲੈ ਕੇ ਸੋਫੇ ਤੇ ਬੈਠ ਗਿਆ। 2 ਕੁੜੀਆਂ ਫਟਾਫਟ ਕੰਮ ਕਰ ਰਹੀਆਂ ਸਨ ਤੇ ਆਏ ਲੋਕਾਂ ਨੂੰ ਕਮਰੇ ਅਲਾਟ ਕਰ ਰਹੀਆਂ ਸਨ। ਉਹਨਾਂ ਦੀ ਨਿਗਰਾਨੀ ਇੱਕ ਮੈਡਮ ਕਰ ਰਹੀ ਸੀ ਤੇ ਨਾਲ ਹੀ ਕਮਰੇ ਤੱਕ ਪਹੁੰਚਣ ਦਾ ਰਾਹ ਦੱਸ ਰਹੀ ਸੀ। ਜਦ ਤੱਕ ਮੇਰੀ ਚਾਹ ਮੁੱਕੀ, ਲਾਈਨ ਛੋਟੀ ਹੋ ਗਈ ਸੀ। ਮੈਂ ਵੀ ਪਿੱਛੇ ਜਾ ਖੜਿਆ। ਕੁੜੀਆਂ ਸਿਰਫ ਨਾਮ ਪੁੱਛਦੀਆਂ ਤੇ ਲਿਸਟ ਦੇਖ ਕੇ ਕਿੱਟ ਤੇ ਚਾਬੀਆਂ ਦੇ ਦਿੰਦੀਆਂ। ਮੈਂ ਵੀ ਨਾਮ ਦੱਸਿਆ ਤਾਂ ਕੁੜੀ ਲਿਸਟ ਦੇਖਣ ਲੱਗ ਪਈ। ਤੁਹਾਡਾ ਆਧਾਰ ਕਾਰਡ ਹੈ? ਜੀ ਮੈਡਮ। ਮੈਂ ਜੇਬ ਚੋਂ ਕਾਰਡ ਕੱਢ ਕੇ ਦੇ ਦਿੱਤਾ। ਪੰਜਾਬ ਤੋਂ ਹੋ? ਸਿਆਸੀ ਮਾਹੌਲ ਦੇ ਚੱਲਦਿਆਂ ਮੈਨੂੰ ਲੱਗਿਆ ਕਿ ਮੈਨੂੰ ਸ਼ਾਇਦ ਅੱਤਵਾਦੀ ਨਾ ਸਮਝਦੀ ਹੋਵੇ। ਇਨਕੋ 17 ਨੰਬਰ ਕਮਰਾ ਦੇ ਦਿਓ। ਕਮਰਾ ਕਾਫੀ ਰੋਸ਼ਨਦਾਰ ਤੇ ਖੁੱਲ੍ਹਾ ਸੀ। ਮੈਨੂੰ ਲੱਗਿਆ ਕਿ ਇਹ ਖਾਸ ਕਮਰਾ ਹੈ। ਮੇਰੇ ਤੇ ਨਿਗਰਾਨੀ ਰੱਖਣ ਲਈ ਜ਼ਰੂਰ ਇਸ ਵਿੱਚ ਗੁਪਤ ਕੈਮਰੇ ਲੱਗੇ ਹੋਣਗੇ। ਮੈਂ ਅੱਧਾ ਘੰਟਾ ਲਾ ਕੇ ਸਭ ਕੰਧਾਂ, ਪਰਦੇ, ਟੀਵੀ ਤੇ ਕੰਧਾਂ ਤੇ ਲੱਗਿਆ ਹੋਇਆ ਸਮਾਨ ਚੈੱਕ ਕੀਤਾ। ਹਾਰ ਕੇ ਇਹ ਸੋਚ ਕੇ ਲੰਬਾ ਪੈ ਗਿਆ ਕਿ ਦੇਖੀ ਜਾਓ। ਸ਼ਾਮ ਸਾਰੇ ਇਕੱਠੇ ਹੋਏ ਤਾਂ ਮੇਰੀ ਸੀਟ 15ਵੀਂ ਕਤਾਰ ਵਿੱਚ ਸੀ। ਉੱਥੇ ਇੱਕ ਪਾਸੇ ਉਹ ਮੈਡਮ ਵੀ ਖੜੀ ਸੀ ਜੋ ਕਦੇ-ਕਦੇ ਮੇਰੇ ਵੱਲ ਵੇਖ ਲੈਂਦੀ। ਮੈਨੂੰ ਥੋੜ੍ਹੀ ਘਬਰਾਹਟ ਮਹਿਸੂਸ ਹੋਈ, ਪਰ ਚੁੱਪਚਾਪ ਬੈਠਾ ਰਿਹਾ। ਵਿੱਚੇ ਕੁਝ ਪਲਾਂ ਲਈ ਇੱਕ ਝਪਕੀ ਵੀ ਲੈ ਲਈ। ਦੂਸਰੇ ਦਿਨ ਮੈਂ ਆਪਣੇ ਨਾਮ ਦੀ ਸੀਟ ਲੱਭ ਰਿਹਾ ਸੀ ਤਾਂ ਉਹ ਮੈਡਮ ਆ ਗਈ। ਤੁਹਾਡੀ ਸੀਟ 4ਥੀ ਕਤਾਰ ਵਿੱਚ ਹੈ। ਇਹ ਕਹਿ ਕੇ ਉਹ ਚਲੀ ਗਈ। ਸੀਟ ਤੇ ਬੈਠੇ ਮੈਨੂੰ ਇਹ ਪੱਕਾ ਯਕੀਨ ਹੋ ਗਿਆ ਕਿ ਪੰਜਾਬ ਤੋਂ ਆਏ ਕਰਕੇ ਮੇਰੇ ਤੇ ਨਿਗਾਹ ਰੱਖੀ ਜਾ ਰਹੀ ਹੈ ਇਸ ਮੈਡਮ ਰਾਹੀਂ। ਰੋਟੀ ਖਾਣ ਵੇਲੇ ਵੀ ਆਨੇ ਬਹਾਨੇ ਉਹ ਮੇਰੇ
ਆਸ-ਪਾਸ ਗੇੜੇ ਮਾਰਦੇ ਰਹੀ। ਮੈਂ ਹੁਣ ਅਸਹਿਜ ਮਹਿਸੂਸ ਕਰਨ ਲੱਗ ਪਿਆ। ਸੋਚਿਆ ਪ੍ਰਬੰਧਕਾਂ ਨਾਲ ਗੱਲ ਕਰਾਂ। ਫਿਰ ਮਨ ਬਦਲ ਲਿਆ, ਮੈਂ ਕਿਹੜਾ ਇੱਥੇ ਸਦਾ ਰਹਿਣਾ। ਵਾਪਸ ਆਉਣ ਤੋਂ ਤੀਜੇ ਕੁ ਦਿਨ ਇੱਕ ਅਗਿਆਤ ਨੰਬਰ ਤੋਂ ਫੋਨ ਆਇਆ। ਹੈਲੋ। ਮੈਂ ਉਹਦੀ ਆਵਾਜ਼ ਤੋਂ ਹੀ ਪਛਾਣ ਲਿਆ ਕਿ ਇਹ ਉਹੀ ਕਾਨਫਰੰਸ ਵਾਲੀ ਮੈਡਮ ਹੈ। ਮੈਂ ਥੋੜ੍ਹਾ ਫਿਰ ਅਸਹਿਜ ਹੋ ਗਿਆ ਕਿ ਹੁਣ ਕੀ ਪੰਗਾ ਪੈ ਗਿਆ ਹੋਊ। ਜ਼ਰੂਰ ਕਿਸੇ ਸਰਕਾਰੀ ਏਜੰਸੀ ਨੇ ਕੁਝ ਕੱਢਿਆ ਹੋਊ। ਹਾਂਜੀ ਦੱਸੋ ਜੀ। ਮਸਲਾ ਹੈ ਕਿ ਇੱਥੇ ਸਾਡੇ ਕੁਝ ਸਮਾਨ ਚੋਰੀ ਹੋ ਗਿਆ ਹੈ। ਮੈਂ ਕੀ ਕਰਾਂ? ਮੇਰੇ ਬੋਲਾਂ ਵਿੱਚ ਤਲਖੀ ਸੀ। ਜੀ ਉਹ ਸਮਾਨ ਲੱਭ ਨਹੀਂ ਰਿਹਾ। ਸਾਨੂੰ ਲੱਗਦਾ ਹੈ ਕਿ ਉਹ ਤੁਸੀਂ ਲੈ ਗਏ ਹੋ। ਪਹਿਲਾਂ ਤੁਸੀਂ ਮੈਨੂੰ ਅੱਤਵਾਦੀ ਸਮਝਦੇ ਰਹੇ, ਹੁਣ ਚੋਰ ਬਣਾਈ ਜਾਂਦੇ ਹੋ। ਕੀ ਪੰਜਾਬੀ ਹੋਣਾ ਗੁਨਾਹ ਹੋ ਗਿਆ ਹੈ? ਜੀ ਇਹ ਗੱਲ ਨਹੀਂ, ਪਰ ਚੋਰੀ ਤੁਸੀਂ ਹੀ ਕੀਤੀ ਹੈ। ਪੱਕੇ ਸਬੂਤ ਹਨ ਮੇਰੇ ਕੋਲ। ਮੈਂ ਗੁੱਸੇ 'ਚ ਬੋਲਿਆ, ਦੱਸ ਕੀ ਚੋਰੀ ਕਰ ਲਿਆ ਮੈਂ ਤੇਰਾ? ਉਸਨੇ ਫੋਨ ਬੰਦ ਕਰਨ ਤੋਂ ਪਹਿਲਾਂ ਮੱਧਮ ਜਿਹੀ ਆਵਾਜ਼ ਵਿੱਚ ਕਿਹਾ, ਮੇਰਾ ਦਿਲ। ਲੇਖਕ ਜਨਮੇਜਾ ਸਿੰਘ ਜੌਲ। ਰੇਖਾ ਚਿੱਤਰ ਜੱਜਾ ਜਨਮੇਜਾ। ਕਦੇ ਕਦੇ ਸੋਚਦਾ ਕਿ ਗੁਰਮੁਖੀ ਦੇ ਕਾਇਦਿਆਂ ਚੋਂ ਜੱਜਾ ਜੱਗ ਨਹੀਂ, ਜੱਜਾ ਜਨਮੇਜਾ ਲਿਖ ਦੇਣਾ ਚਾਹੀਦਾ, ਕਿਉਂਕਿ ਜਿਹੋ ਜਿਹੀ ਜ਼ਿੰਦਗੀ ਦਾ ਸੁਪਨਾ ਆਮ ਇਨਸਾਨ ਲੈਂਦਾ, ਜਨਮੇਜਾ ਜੋ ਉਹ ਜ਼ਿੰਦਗੀ ਤਾਂ ਪਲ ਪਲ ਜਿਉਂਦਾ। ਹੁਣ ਬੰਦੇ ਦਾ ਸੁਪਨਾ ਹੁੰਦਾ ਬੇਫਿਕਰੀ ਹੋਵੇ, ਆਜ਼ਾਦ ਤੇ ਫਕਰਾਂ ਵਾਲੀ ਜ਼ਿੰਦਗੀ ਮਿਲੇ। ਜਨਮੇਜੇ ਹੋਰਾਂ ਨੇ ਉਹ ਸੁਪਨਾ ਜੇਬ 'ਚ ਪਾਇਆ ਹੋਇਆ। ਉਂਝ ਤਾਂ ਭਾਵੇਂ ਉਹ ਪੰਜਾਬ ਦੇ ਸਭ ਤੋਂ ਸਤਿਕਾਰਯੋਗ ਅਰਥ ਸ਼ਾਸਤਰੀ ਸਰਦਾਰ ਸਰਦਾਰਾ ਸਿੰਘ ਦਾ ਸਪੂਤ ਹੈ, ਪਰ ਅਰਥ ਵਿਗਿਆਨ ਦੀ ਅਤੇ ਮਾਇਆ ਦੀ ਤਾਂਘ ਅਤੇ ਲਲਕ ਉਹਦੇ ਵਜੂਦ 'ਚੋਂ ਮਨਫੀ ਹੈ। ਇਸ ਨੂੰ ਉਸਦੀ ਪ੍ਰਾਪਤੀ ਹੀ ਕਿਹਾ ਜਾ ਸਕਦਾ। ਬਾਈ ਨਾਲ ਮੇਰੀ ਸਾਂਝ ਕਈ ਦਹਾਕੇ ਪੁਰਾਣੀ ਹੈ ਅਤੇ ਸਾਡਾ ਰਿਸ਼ਤਾ ਕਲਾਤਮਿਕ ਹੈ। ਜਨਮੇਜੇ ਨਾਲ ਗੱਲ ਕਰੋ ਤਾਂ ਉਹ ਆਰਟ ਦੀਆਂ ਗੱਲਾਂ ਕਰਦਾ, ਕਿਤਾਬਾਂ ਦੀਆਂ ਗੱਲਾਂ ਕਰਦਾ, ਮਾਂ ਬੋਲੀ ਦੀਆਂ ਗੱਲਾਂ ਕਰਦਾ। ਉਹਦੀ ਗੱਲਬਾਤ 'ਚੋਂ ਜੁਗਾੜ ਗਾਇਬ ਹੈ, ਸਵੈ ਹੰਕਾਰ ਦੀ ਬੋਹ ਵੀ ਗਾਇਬ ਹੈ। ਸਾਧ ਮੁਰਾਦਾ, ਸਪਾਟ ਅਤੇ ਮੂੰਹ ਫਟ ਜਨਮੇਜਾ ਸਾਡੇ ਵਰਗਿਆਂ ਨੂੰ ਵਧੀਆ ਲੱਗਦਾ। ਉਹਦੇ ਕੈਮਰੇ ਦੀ ਅੱਖ ਬੋਲਦੀ ਹੈ ਅਤੇ ਕਈ ਸਾਲਾਂ ਤੋਂ ਬੋਲ ਰਹੀ ਹੈ। ਜਿਹੜੇ ਮੁੱਦਿਆਂ 'ਤੇ ਬੋਲ ਰਹੀ ਹੈ, ਕਾਸ਼ ਪੰਜਾਬੀਆਂ ਨੇ ਸੁਣ ਲਈ ਹੁੰਦੀ। ਉਹ ਸਾਫ ਸਫਾਈ ਬਾਰੇ, ਵਾਤਾਵਰਨ ਬਾਰੇ, ਪੰਜਾਬ ਦੀ ਖੂਬਸੂਰਤੀ ਬਾਰੇ ਅਤੇ ਆਤਮ ਨਿਰਭਰਤਾ ਬਾਰੇ ਲਗਾਤਾਰ ਬੋਲ ਰਿਹਾ। ਸੁੱਤੇ ਹੋਏ ਪੰਜਾਬੀਆਂ ਨੇ ਉਸਦੇ ਇਸ ਨਿੱਕੇ ਜਿਹੇ ਕਾਲਮ ਦੀ ਰੂਹ ਵੱਲ ਧਿਆਨ ਦਿੱਤਾ ਹੁੰਦਾ ਤਾਂ ਅੱਜ ਪੰਜਾਬ ਕੁਝ ਹੋਰ ਹੀ ਹੁੰਦਾ। ਜਨਮੇਜੇ ਦੀ ਸਾਦਗੀ ਨੂੰ ਅਸੀਂ ਬੀਤੇ ਕਈ ਸਾਲਾਂ ਤੋਂ ਮਾਣਿਆ ਹੈ। ਉਹਦੀ ਸਿੱਧਰੀ ਜਿਹੀ ਦਸਤਾਰ, ਸਿੱਧਰੀ ਜਿਹੀ ਪੁਸ਼ਾਕ ਅਤੇ ਠੇਠ ਗੁਫਤਾਰ ਸਾਨੂੰ ਟੁੰਬਦੀ ਰਹੀ ਹੈ। ਉਹਦੀ ਪਿੱਠ ਪਿੱਛੇ ਅਤੇ ਕਦੇ ਕਦੇ ਸਾਹਮਣੇ ਵੀ ਉਸ ਦੀ ਸਾਦਗੀ ਪਿੱਛੇ ਲੁਕੇ ਵੱਡੇ ਇਨਸਾਨ ਦੇ ਕਿੱਸੇ ਸਾਡੇ ਹਾਸਿਆਂ ਦਾ ਕਾਰਨ ਹਨ। ਸਾਡੇ ਸਾਂਝੇ ਮਿੱਤਰ ਨਿਰਮਲ ਜੌੜਾ, ਜਸਵਿੰਦਰ ਭੱਲਾ, ਮਾਮਾ ਅਵਤਾਰ ਕੋਲ ਉਹਦੀਆਂ ਕਹਾਣੀਆਂ ਦਾ ਇੰਨਾ ਭੰਡਾਰ ਹੋਏਗਾ ਕਿ ਸਾਰੀ ਰਾਤ ਢਿੱਡੀ ਪੀੜਾਂ ਪਾ ਸਕਦੇ ਨੇ। ਮੈਨੂੰ ਪੱਕਾ ਪਤਾ ਹੈ ਕਿ ਜਨਮੇਜੇ ਹੋਰਾਂ ਨੂੰ ਵੀ ਇਹਦਾ ਸਵਾਦ ਆਉਂਦਾ ਹੋਵੇਗਾ। ਅੱਜ ਕੱਲ੍ਹ ਜਨਮੇਜੇ ਨੂੰ ਸੋਹਣੇ ਬਣਨ ਦਾ ਬੜਾ ਚਾਅ ਚੜ੍ਹਿਆ ਹੋਇਆ। ਇੱਕ ਤਾਂ ਜਦੋਂ ਦਾ ਉਹ ਸਿਡਨੀ ਮੇਰੇ ਸਦਾ ਜਵਾਨ ਭਰਾ ਪ੍ਰਭਜੋਤ ਸੰਧੂ ਕੋਲ ਰਹਿ ਕੇ ਗਿਆ, ਪ੍ਰਭ ਭਾ ਨੇ ਉਹਦੀ ਦਸਤਾਰ ਦਾ ਹੁਲੀਆ ਹੀ ਬਦਲ ਦਿੱਤਾ। ਪ੍ਰਭ ਭਾ ਨੇ ਉਹਨੂੰ ਪੱਗ ਦੀ ਪੂਣੀ ਕਰਨ ਦੀ ਨਵੀਂ ਜੁਗਤ ਕੀ ਦੱਸ ਦਿੱਤੀ ਕਿ ਉਹ ਦਸਤਾਰ ਦੇ ਲੜ ਹੁਣ ਚਿਣ ਕੇ ਲਾਉਣ ਲੱਗ ਪਿਆ ਅਤੇ ਪਹਿਲਾਂ ਨਾਲੋਂ ਵਿਗੜਿਆ ਹੋਇਆ ਜਨਮੇਜਾ ਜਾਪਦਾ। ਉਹਦੀ ਕਰੜਬੜੀ ਦਾੜੀ ਵੀ ਜਾਪਦਾ। ਹੁਣ ਉਹ ਕੈਂਚੀ ਦੇ ਦਰਸ਼ਨ ਹਰ ਦੂਏ ਤੀਏ ਦਿਨ ਕਰਦੀ ਹੈ। ਜਨਮੇਜਾ ਟੌਰੀ ਹੁੰਦਾ ਜਾ ਰਿਹਾ। ਸ਼ਾਇਦ ਉਹਨੂੰ ਲੱਗਦਾ ਹੋਣਾ
ਕਿ ਉਹਦੀ ਸਾਦਗੀ ਦੇ ਕਿੱਸੇ ਬਹੁਤ ਹੋ ਗਏ ਹੁਣ ਬਸ। ਪਰ ਉਹ ਨਹੀਂ ਜਾਣਦਾ ਕਿ ਉਹਦੇ ਸਾਰੇ ਮਿੱਤਰ ਵੀ ਨਗੋਚੀ ਮਿੱਟੀ ਦੇ ਬਣੇ ਨੇ। ਹੁਣ ਨਵੇਂ ਕਿੱਸੇ ਘੜਨਗੇ ਅਤੇ ਸਵਾਦ ਲੈਣੋਂ ਬਾਜ਼ ਨਹੀਂ ਆਉਣਗੇ। ਸਾਡੀਆਂ ਮਹਿਫਲਾਂ 'ਚੋਂ ਜੱਜਾ ਜਨਮੇਜਾ ਕਦੇ ਗੈਪ ਨਹੀਂ ਹੋਣਾ, ਭਾਵੇਂ ਉਹ ਸੋਨੇ ਦਾ ਬਣ ਜਾਵੇ। ਲਿਖਤਮ ਰਾਜਵੰਤ ਸਿੰਘ, ਸਿਡਨੀ।